मैं ਤੁਹਾਡੇ ਲਈ ਇੱਕ ਵਚਨ ਪੜਾਂਗਾ निर्गमन की किताब ਉਹਦਾ 2 ਅਧਿਆਏ 11 ਤੋਂ Exodus chapter 2 from 11 to 15। ऐसा हुआ कि जब मूसा जवान हुआ और बाहर अपने भाई बंधुओं के पास जाकर उनके दुखों पर दृष्टि करने लगा, तब उसने देखा कि एक मिस्री जन एक इब्री भाई को मार रहा है। उसने इधर उधर देखा कि कोई नहीं है, तो उस मिस्री को मार डाला और भालू में छिपा दिया। फिर दूसरे दिन बाहर जाकर उसने देखा कि 2 इब्री पुरुष आपस में मारपीट कर रहे हैं। उसने अपराधी से कहा, तू अपने भाई को क्यों मारता है? उसने कहा, किसने तुझे हम लोगों पर हाकिम और न्यायी ठहराया? जिस भांति तूने मिस्री को घात किया, क्या उसी भांति तू मुझे भी घात करना चाहता है? तब मूसा ये सोचकर डर गया, निश्चय वह बात खुल गई है। जब फिरौन ने यह बात सुनी तो मूसा को घात करने की युक्ति की। तो मूसा फिरौन के सामने से भागा और मिघान देश में जाकर रहने लगा और वह वहां एक कुएं के पास बैठ गया। हालेलुया। एक और वचन पढ़ांगे बुक ऑफ एक्ट्स रसूलां दी किताब ਉਹਦਾ 9 ਅਧਿਆਏ 1 ਤੇ 2 ਆਏ। शाऊल जो अब तक प्रभु के चेलों को धमकाने और घात करने की धुन में था, महायाजक के पास गया और उससे दमिश्क के आराधनालयों के नाम पर इस अभिप्राय की चिट्ठियां मांगी कि क्या पुरुष क्या स्त्री जिन्हें वह उस पंथ पर पाए उन्हें बांधकर यरूशलेम ले आए। हालेलुया। हालेलुया। मैं दो वचन पढ़े ਤੁਹਾਡੇ ਲਈ, ਇੱਕ मूसा ਦੇ ਬਾਰੇ ਦੇ ਵਿੱਚ ਆ ਤੇ ਇੱਕ ਪੌਲ ਦੇ ਬਾਰੇ ਦੇ ਵਿੱਚ। ਜੋ मूसा ਤੇ ਪੌਲ ਨੂੰ ਦੇਖਦੇ, ਪਹਿਲਾਂ मूसा ਦੇ ਬਾਰੇ ਗੱਲ ਕਰਦੇ। मूसा ਜਿਹੜਾ ਸੀਗਾ ਉਹਦੇ ਜਨਮ ਤੋਂ ਵੀ ਪਹਿਲਾਂ ਉਹਦੇ ਉੱਤੇ ਪ੍ਰੋਫੈਸੀ ਸੀਗੀ ਕਿ ਇਹ ਜਿਹੜੇ ਇਜ਼ਰਾਈਲੀ ਆ ਉਹਨਾਂ ਨੂੰ ਗੁਲਾਮੀ ਤੋਂ ਛਡਾਊਗਾ। ਉਹਦੇ ਵਿੱਚ ਲਿਖਿਆ मूसा ਜਦੋਂ ਜਵਾਨ ਹੋਇਆ, ਜਵਾਨ ਮਤਲਬ 40 ਇਅਰਸ 올ਡ ਸੀਗਾ ਉਸ ਟਾਈਮ ਦੇ ਉੱਤੇ, ਤੇ ਜਦੋਂ 40 ਇਅਰਸ 올ਡ ਸੀਗਾ ਤਾਂ ਉਹਨੂੰ ਇੱਕਦਮ ਰਿਅਲਾਈਜ਼ ਹੋਇਆ ਕਿ ਮੇਰੇ ਉੱਤੇ ਕਾਲਿੰਗ ਆ ਗਈ। ਮੇਬੀ ਕਿਸੇ ਨੇ ਦੱਸਿਆ ਹੋਊਗਾ ਜਾਂ ਕੁਝ ਵੀ ਹੈ ਨਾ। ਤੇ ਜਦੋਂ ਉਹਨੂੰ ਰਿਅਲਾਈਜ਼ ਹੋਇਆ ਕਿ ਉਹਦੇ ਉੱਪਰ ਕਾਲਿੰਗ ਆ, ਉਹਨੇ ਕੀ ਕੀਤਾ, ਉਹ ਕਾਲਿੰਗ ਦੇ ਅਕੋਰਡਿੰਗ ਵਰਕ ਕਰਨਾ ਸਟਾਰਟ ਕੀਤਾ। ਤੇ ਜਦੋਂ ਵਰਕ ਉਹਨੇ ਕੀ ਕੀਤਾ ਕਿ ਜਦੋਂ ਬਾਹਰ ਉਹਨੇ ਇੱਕ ਮਿਸਰੀ ਨੂੰ ਦੇਖਿਆ ਕਿ ਉਹ ਇੱਕ ਹੀਬਰੂ ਇੱਕ ਇਜ਼ਰਾਈਲੀ ਨੂੰ ਮਾਰ ਰਿਹਾ, ਉਹਨੇ ਕੀ ਕੀਤਾ, ਜਾ ਕੇ ਉਹਦਾ ਕਤਲ ਕਰ ਦਿੱਤਾ, ਜਿਹੜਾ ਕਿ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਰੋਂਗ ਸੀਗਾ। ਤੇ ਉਹਦਾ ਕਰਕੇ ਉਹਨੂੰ ਕੀ ਕਰਨਾ ਪਿਆ, ਭੱਜਣਾ ਪਿਆ। ਉਹ ਇੱਕ ਜਦੋਂ ਸੋਚਦੇ मूसा ਦੇ ਬਾਰੇ ਸੋਚਦੇ ਆ ਤਾਂ ਆਪਾਂ ਸੋਚਦੇ ਇੱਕ ਮਾਈਟੀ ਮੈਨ ਆਫ ਗॉड, ਇੱਕ ਵਾਰੀਅਰ ਵੀ ਸੀਗਾ ਉਹ, ਕਿਉਂਕਿ ਮਿਸਰ ਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਈ ਸੀ ਐਜ਼ ਅ ਪ੍ਰਿੰਸ ਹੋਈ ਸੀਗੀ। ਤੇ ਪਰ ਉਹ ਜਿਹੜਾ ਮਾਈਟੀ ਮੈਨ ਆਫ ਗॉड ਸੀਗਾ ਉਹਨੂੰ ਭੱਜਣਾ ਪੈ ਗਿਆ। ਕਿਉਂ? ਕਿਉਂਕਿ ਉਹਦੇ ਕੋਲ ਇੱਕ ਗਲਤੀ ਹੋ ਗਈ ਕਿ ਉਹਨੇ ਕਤਲ ਕਰ ਦਿੱਤਾ। ਪਰ ਇਹ ਗਲਤੀ ਕਿਉਂ ਹੋਈ? ਇਹ ਗਲਤੀ ਹੋਣੀ ਨਹੀਂ ਚਾਹੀਦੀ ਸੀ, ਕਿਉਂਕਿ ਉਹਦੇ ਉੱਤੇ ਇੱਕ ਕਾਲਿੰਗ ਸੀਗੀ ਪਰਮੇਸ਼ਰ ਦੀ, ਉਹਦੇ ਜਨਮ ਤੋਂ ਪਹਿਲਾਂ ਦੀ ਕਾਲਿੰਗ ਸੀਗੀ ਕਿ ਇਹ मूसा ਜਿਹੜਾ ਆ ਇਹ ਪਰਮੇਸ਼ਰ ਦੇ ਲੋਕਾਂ ਨੂੰ ਕੈਪਟੀਵਿਟੀ ਦੇ ਵਿੱਚੋਂ ਆਜ਼ਾਦ ਕਰਵਾਏਗਾ। ਪਰ ਉਹਦੇ ਕੋਲ ਗਲਤੀ ਹੋਈ, ਗਲਤੀ ਦੇ ਕਾਰਨ ਉਹਨੂੰ ਭੱਜਣਾ ਪਿਆ ਛੱਡ ਕੇ। ਫਿਰ शाऊल ਦੇ ਬਾਰੇ ਪੜ੍ਹਦੇ ਆ, ਪੌਲ, ਜਿਹਨੂੰ ਜੀਸਸ ਤੋਂ ਬਾਅਦ ਚ ਮੇਰਾ ਕੋਈ ਫੇਵਰਿਟ ਕੈਰੈਕਟਰ ਆ ਬਾਈਬਲ ਦੇ ਵਿੱਚ, ਉਹ ਪੌਲ ਆ, ਮਾਈਟੀ ਮੈਨ ਆਫ ਗॉड। ਪਰ ਉਹ ਕੀ ਕਰ ਰਿਹਾ ਆ, ਉਹ ਪਰਮੇਸ਼ਵਰ ਦੇ ਲੋਕਾਂ ਨੂੰ ਮਾਰ ਰਿਹਾ ਆ। ਜਿੱਥੇ ਉਹਨੂੰ ਮਿਲਦੇ ਆ, ਕੋਈ ਕ੍ਰਿਸਚਨ ਮਿਲ ਜਾਂਦਾ, ਉਹਨਾਂ ਨੂੰ ਕੁੱਟਦਾ ਆ, ਮਾਰਦਾ ਆ, ਫੜ ਕੇ ਲੈ ਆਉਂਦਾ ਆ, ਜੇਲ੍ਹ ਦੇ ਵਿੱਚ ਪਾ ਦਿੰਦਾ ਆ। ਕਈ ਲੋਕੀ ਜਦੋਂ ਪੌਲ ਨੂੰ ਡਿਸਕ੍ਰਾਈਬ ਕਰਦੇ ਆ, ਉਹ ਡਿਸਕ੍ਰਾਈਬ ਕਰਦੇ ਆ ਐਜ਼ ਅ ਟੈਰਰਿਸਟ। ਉਹ ਕਹਿੰਦੇ ਜਿੱਦਾਂ ਅੱਜ ਕੱਲ੍ਹ ਦੇ ਟੈਰਰਿਸਟ ਆ। शाऊल, ਜਦੋਂ शाऊल ਸੀਗਾ, ਹਾਲੇ ਪੌਲ ਨਹੀਂ ਬਣਿਆ ਸੀਗਾ, शाऊल ਸੀਗਾ, ਕਹਿੰਦੇ ਉਹ
ਇੱਕ ਜਿੱਦਾਂ ਟੈਰਰਿਸਟ ਸੀਗਾ ਉਦਾਂ ਸੀਗਾ, ਜਾਂ ਉਹਨੂੰ ਆਈਸਿਸ ਦੇ ਨਾਲ ਕੰਪੇਅਰ ਕਰਦੇ ਆ ਕਿ ਬਹੁਤ ਕਰੂਅਲ ਸੀਗਾ ਉਹ, ਬਹੁਤ ਇੱਕ ਬੈਡ ਪਰਸਨ ਸੀਗਾ। ਪਰ ਜਦੋਂ ਤੁਸੀਂ ਡੀਪਲੀ ਪੋਲ ਦੇ ਬਾਰੇ ਸਟੱਡੀ ਕਰਦੇ ਜਾਂ ਸ਼ਾਊਲ ਦੇ ਬਾਰੇ ਸਟੱਡੀ ਕਰਦੇ ਆ, ਉਹ ਇਦਾਂ ਨਹੀਂ ਸੀਗਾ। ਬਾਈਬਲ ਦੇ ਵਿੱਚ ਲਿਖਿਆ ਪੋਲ ਇੱਕ ਜਗ੍ਹਾ ਕਹਿੰਦਾ ਕਿ ਮੈਂ ਫੈਰੀਸੀ ਆਫ ਫੈਰੀਸੀਜ਼ ਆ। ਜਿਹੜੇ ਫਰੀਸੀ ਸੀਗੇ, ਫਰੀਸੀਆਂ ਦੇ ਉੱਪਰ ਫਰੀਸੀ ਸੀਗਾ ਉਹ ਪੋਲ, ਉਹ ਸੀਗਾ। ਉਹ ਵਚਨ ਨੂੰ ਜਾਣਨ ਵਾਲਾ ਸੀਗਾ, ਵਚਨ ਨੂੰ ਜਾਣਨ ਵਾਲਾ ਇਨਸਾਨ ਸੀਗਾ। ਫੈਰੀਸੀ ਸੀਗਾ ਜਿਹੜੇ ਮੇਨ ਟੈਂਪਲ ਦੇ ਵਿੱਚ ਸੇਵਾ ਕਰਨ ਵਾਲੇ, ਉਹਨਾਂ ਦੇ ਵਿੱਚੋਂ ਇੱਕ ਸੀਗਾ। ਉਹ ਪਰਮੇਸ਼ਵਰ ਦੇ ਵਚਨ ਨੂੰ ਵੀ ਜਾਣਦਾ ਸੀਗਾ, ਪਰ ਉਹਦੇ ਕੋਲੋਂ ਇਹ ਗਲਤੀ ਹੋਈ। ਇਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਤਾਂ ਹੋਊਗਾ। ਜਿਹੜੇ ਮਾਈਟੀ ਮੈਨ ਆਫ ਗॉड ਆ, ਮੋਜ਼ਸ ਤੇ ਪੋਲ, ਉਹਨਾਂ ਨੇ ਆਪਣੀ ਅਰਲੀ, ਕਿਉਂਕਿ ਪੋਲ ਦੇ ਬਾਰੇ ਸੋਚਦੇ, ਪੋਲ ਇਹ ਸੋਚ ਰਿਹਾ ਸੀ ਕਿ ਮੈਂ ਪਰਮੇਸ਼ਵਰ ਦੀ ਸੇਵਾ ਕਰ ਰਿਹਾ ਹਾਂ, ਕਿ ਇਹ ਕੋਈ ਨਵਾਂ ਧਰਮ ਖੜਾ ਹੋਇਆ ਆ ਜਿਹੜਾ ਯਹੂਦੀਆਂ ਦੇ ਖਿਲਾਫ ਹੈ, ਇਹ ਗਲਤ ਪ੍ਰਚਾਰ ਕਰਦੇ ਆ, ਮਸਾਇਆ ਦੇ ਬਾਰੇ ਗਲਤ ਪ੍ਰਚਾਰ ਕਰਦੇ ਆ, ਉਹਨਾਂ ਨੂੰ ਮਾਰ ਕੇ, ਉਹਨਾਂ ਨੂੰ ਕੁੱਟ ਕੇ, ਉਹਨਾਂ ਨੂੰ ਖਤਮ ਕਰਕੇ ਮੈਂ ਪਰਮੇਸ਼ਵਰ ਦੀ ਸੇਵਾ ਕਰ ਰਿਹਾ। ਪਰ ਉਹ ਕੀ ਕਰ ਰਿਹਾ ਸੀਗਾ? ਪਰਮੇਸ਼ਵਰ ਦੇ ਵਿਰੁੱਧ ਕੰਮ ਕਰ ਰਿਹਾ ਸੀਗਾ। ਉਹ ਰੀਜ਼ਨ ਇੱਕ ਬੜਾ ਵੱਡਾ ਰੀਜ਼ਨ ਸੀਗਾ ਜਿਹੜੇ ਕਾਰਨ ਕਿ ਉਹ ਜਿਹੜੇ ਮਾਈਟੀ ਮੈਨ ਆਫ ਗॉड ਆ, ਇਹ ਸੋਚਦੇ ਹੋਏ ਕਿ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ, ਪਰ ਉਹਦੇ ਵਿਰੁੱਧ ਕੰਮ ਕਰਨ ਲੱਗ ਗਏ। ਇਹਦਾ ਰੀਜ਼ਨ ਕੀ ਹੈ? ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਕਮੀ ਸੀਗੀ, ਇੱਕ ਬਹੁਤ ਵੱਡੀ ਕਮੀ ਸੀਗੀ, ਜਿਹੜੀ ਕਿ ਜਿੰਨੀ ਦੇਰ ਦੂਰ ਨਾ ਹੁੰਦੀ ਉਹ ਪਰਮੇਸ਼ਵਰ ਦਾ ਜਿਹੜਾ ਸਹੀ ਮਕਸਦ ਆ ਉਹਦੇ ਅਕੋਰਡਿੰਗ ਕੰਮ ਨਹੀਂ ਕਰ ਸਕਦੇ ਸੀਗੇ। ਉਹ ਕਮੀ ਕੀ ਸੀਗੀ ਦੇਖਾਂਗੇ। ਕਰੰਥੀਅਨਸ 2 ਕਰੰਥੀਅਨਸ ਦੂਜਾ ਕਰੰਥੀਓ ਉਹਦਾ 5 ਅਧਿਆਇ 14 ਤੋਂ ਲੈ ਕੇ 17 ਆਇਤ ਤੱਕ। ਦੂਜਾ ਕਰੰਥੀਓ ਉਹਦਾ 5 ਅਧਿਆਇ 14 ਤੋਂ ਲੈ ਕੇ 17 ਆਇਤ तक। आज अपने को टाइम थोड़ा घट गया, मैं जल्दी जल्दी ट्राई करूंगा कंप्लीट करने, क्योंकि मसीह का प्रेम हमें विवश कर देता है। ये वही बोल रहा है जरा पहला परमेश्वर के लोगों को समझा देगा। क्योंकि मसीह का प्रेम हमें विवश कर देता है, इसलिए कि हम ये समझते हैं कि जब एक सबके लिए मरा तो सब मर गए, और वह उस निमित्त सबके लिए मरा कि जो जीवित हैं वह आगे को अपने लिए ना जिए परंतु उसके लिए जिए जो उनके लिए मरा और फिर जी उठा। जो उनके लिए मरा और फिर जी उठा। अब से हम किसी को शरीर के अनुसार ना समझेंगे, यद्यपि हमने मसीह को भी शरीर के अनुसार जाना था, तो भी अब से उसको ऐसा नहीं जानेंगे। इसलिए यदि कोई मसीह में है तो वह नई सृष्टि है, पुरानी बातें बीत गई हैं, देखो सब बातें नई हो गई हैं। हालेलुया। वेरी वेरी डीप वर्ड है। मैं इंग्लिश ਦੇ ਵਿੱਚ ਤੁਹਾਡੇ ਲਈ ਪੜ੍ਹ ਦੇਣਾ। For the love of Christ controls us, because we have concluded this, that one has died for all, therefore all have died, and he died for all, that those who live might no longer live for themselves, but for him who for their sake died and was raised। ਜਿਹੜਾ ਨੋਟ ਕਰਨ ਵਾਲਾ ਵਰਡ ਹੈ raised, ਜ਼ਿੰਦਾ, ਜਿਹੜਾ ਉਹਨਾਂ ਦੇ ਲਈ ਮਰਿਆ ਤੇ ਫਿਰ ਜ਼ਿੰਦਾ ਹੋ ਗਿਆ। From now on, therefore, we regard no one according to the flesh, even though we once regarded Christ according to the flesh। एक बार फिर पढ़ दो। Therefore, from now on, therefore, 16 तो मैं दोबारा पढ़ देना। From now on, therefore, we regarded no one according to the flesh, even though we once regarded Christ according to the flesh। We
regarded Christ according to the flesh, we regard him thus no longer. Therefore, if anyone is in Christ, he is a new creation. The old has passed away. Behold, the new has come. Hallelujah. ਜਦੋਂ ਅਸੀਂ ਆਹ ਪੈਸੇਜ ਪੜ੍ਹਦੇ ਆ, ਪੌਲ ਇਹਦੇ ਵਿੱਚ ਲਿਖਦਾ ਆ ਕਿ ਜਿਹੜਾ ਉਹ ਜੀਸਸ ਦੇ ਬਾਰੇ ਕਹਿ ਰਿਹਾ ਕਿ ਜਿਹੜਾ ਸਾਰਿਆਂ ਲਈ ਮਰ ਗਿਆ, ਉਹ ਕਿ ਸਾਰਿਆਂ ਦੇ ਲਈ ਜ਼ਿੰਦਾ ਹੋਇਆ। ਕਹਿੰਦਾ ਇੱਕ ਟਾਈਮ ਸੀਗਾ ਜਦੋਂ ਅਸੀਂ ਜੀਸਸ ਨੂੰ ਉਹਨੂੰ ਦੇਖਦੇ ਸੀਗੇ ਕਾਹਦੇ ਵਿੱਚ? ਸਰੀਰ ਦੇ ਵਿੱਚ। ਪਰ ਕਹਿੰਦਾ ਹੁਣ ਟਾਈਮ ਆ ਗਿਆ ਕਿ ਅਸੀਂ ਉਹਨੂੰ ਸਰੀਰ ਦੇ ਵਿੱਚ ਨਹੀਂ ਦੇਖਾਂਗੇ। ਜਦੋਂ ਅਸੀਂ ਜੀਸਸ ਨੂੰ ਦੁਬਾਰਾ ਯਾਦ ਕਰਾਂਗੇ, ਉਹ ਜਿਹੜਾ ਸਰੀਰ ਦੇ ਵਿੱਚ ਜੀਸਸ ਸੀਗਾ ਉਹਨੂੰ ਨਹੀਂ ਯਾਦ ਕਰਾਂਗੇ, ਪਰ ਕਿਹੜੇ ਜੀਸਸ ਨੂੰ ਯਾਦ ਕਰਾਂਗੇ? resurrected Christ, ਜਿਹੜਾ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋ ਗਿਆ। ਇਹ ਉਹਨਾਂ ਦੀ ਲਾਈਫ ਦੇ ਵਿੱਚ ਪਹਿਲਾਂ ਕਮੀ ਸੀ। ਇਨਕਾਊਂਟਰ ਦੀ ਕਮੀ ਸੀ। ਉਹਨਾਂ ਦਾ ਇਨਕਾਊਂਟਰ ਜਿਹੜਾ ਆ ਜੀਸਸ ਦੇ ਨਾਲ ਪਹਿਲਾਂ ਨਹੀਂ ਹੋਇਆ ਸੀਗਾ। ਪਰ ਪੌਲ ਕਹਿੰਦਾ ਜਦੋਂ ਤੁਹਾਡਾ ਇਨਕਾਊਂਟਰ ਜੀਸਸ ਦੇ ਨਾਲ ਹੋ ਜਾਵੇ, ਮੈਂ ਪ੍ਰੂਵ ਕਰੂੰਗਾ ਥੋੜੀ ਦੇਰ ਤੱਕ, ਮੇਬੀ ਇਸ ਤੋਂ ਬਾਅਦ ਵਿੱਚ, ਜਦੋਂ ਤੁਹਾਡਾ ਇਨਕਾਊਂਟਰ ਜੀਸਸ ਦੇ ਨਾਲ ਹੋ ਜਾਂਦਾ ਆ, ਕਿਹੜੇ ਜੀਸਸ ਦੇ ਨਾਲ? ਸਰੀਰਿਕ ਜੀਸਸ ਦੇ ਨਾਲ? ਨਾ, resurrected ਜੀਸਸ, ਜਿਹੜਾ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋ ਗਿਆ। ਫਿਰ ਤੁਸੀਂ ਕੀ ਹੋ ਜਾਂਦੇ ਹੋ? ਨਈ ਸ੍ਰਿਸ਼ਟੀ। ਏਦਾਂ ਹੀ ਹੁੰਦਾ, ਪੁਰਾਣੀਆਂ ਚੀਜ਼ਾਂ ਸਾਰੀਆਂ ਖਤਮ ਹੋ ਜਾਂਦੀਆਂ, ਨਈ ਸ੍ਰਿਸ਼ਟੀ ਹੋ ਜਾਂਦੀ ਹੈ। ਫਿਰ ਤੁਸੀਂ ਵੱਡੇ ਵੱਡੇ ਕੰਮ ਕਰਦੇ। ਹਾਲੇਲੂਇਆ। ਉਹਨਾਂ ਨੂੰ ਕਾਲਿੰਗ ਦਾ ਪਤਾ ਸੀਗਾ। ਉਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਆ। ਕਈ ਵਾਰੀ ਸਾਡੀ ਕਾਲਿੰਗ ਬਹੁਤ ਵੱਡੀ ਹੁੰਦੀ ਸਾਡੀ ਲਾਈਫ ਦੇ ਵਿੱਚ। ਪਰਮੇਸ਼ਵਰ ਨੇ ਮੇਬੀ ਤੁਹਾਨੂੰ ਚੁਣਿਆ ਹੋਵੇ ਬਹੁਤ ਵੱਡੇ ਐਵੈਂਜਲਿਸਟ ਹੋਣ ਦਾ ਕਰਕੇ ਨਾ, ਮੇਬੀ ਤੁਹਾਨੂੰ ਨੇਸ਼ਨਸ ਤੱਕ ਲੈ ਕੇ ਜਾਣਾ ਹੋਵੇ। ਪਰ ਜੇ ਤੁਹਾਡਾ ਜਿਹੜਾ ਇਨਕਾਊਂਟਰ ਆ ਰੈਜ਼ਰੈਕਟਡ ਕ੍ਰਾਈਸਟ, ਜਿਹੜਾ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਇਆ ਪਰਮੇਸ਼ਵਰ ਆ, ਉਹਦੇ ਨਾਲ ਨਹੀਂ ਹੋਇਆ, ਤੁਸੀਂ ਆਪਣੀ ਕਾਲਿੰਗ ਨੂੰ ਨਾ ਤਾਂ ਪਛਾਣ ਸਕਦੇ ਆ, ਨਾ ਤਾਂ ਸਹੀ ਤਰੀਕੇ ਦੇ ਨਾਲ ਕਰ ਸਕਦੇ। ਮੇਬੀ ਤੁਸੀਂ ਸਾਰੀ ਜ਼ਿੰਦਗੀ ਐਜ਼ ਅ ਅਸ਼ਰ ਕੱਢ ਦੋ, ਪਰ ਕਾਲਿੰਗ ਤੁਹਾਡੀ ਕੀ ਆ? ਇਵੈਂਜਲਿਸਟ। ਮੇਬੀ ਤੁਹਾਡੀ ਕਾਲਿੰਗ ਇੱਕ ਪ੍ਰੋਫਿਟ ਦੀ ਹੋਵੇ, ਪਰ ਜਿੰਨੀ ਦੇਰ ਤੁਹਾਡਾ ਇਨਕਾਊਂਟਰ ਰੈਜ਼ਰੈਕਟਡ ਕ੍ਰਾਈਸਟ, ਮੁਰਦਿਆਂ ਤੋਂ ਜ਼ਿੰਦੇ ਹੋਏ ਪਰਮੇਸ਼ਵਰ ਦੇ ਨਾਲ ਨਹੀਂ ਹੁੰਦਾ, ਤੁਸੀਂ ਨਵੀਂ ਸ੍ਰਿਸ਼ਟੀ ਨਹੀਂ ਆ, ਤੁਸੀਂ ਵੱਡੇ ਕੰਮ ਨਹੀਂ ਕਰ ਸਕਦੇ। ਇੱਕ ਹੋਰ ਵਚਨ ਪੜਾਂਗੇ ਆਪਾਂ, Exodus 3 Nirgaman chapter 3 verse 1 to 6। ਪਹਿਲਾਂ ਆਪਾਂ ਪੜਿਆ ਸੀ Exodus chapter 2 verse 11। ਹੁਣ ਆਪਾਂ ਪੜਾਂਗੇ Exodus chapter 3 verse 1। ਇਹ ਇੱਕ ਚੈਪਟਰ ਦੇ ਵਿੱਚ ਜਦੋਂ ਆਪਾਂ ਸੈਕੰਡ ਚੈਪਟਰ ਦੇ ਵਿੱਚ ਦੇਖਦੇ ਹਾਂ, ਉਹਦੇ ਵਿੱਚ ਮੂਸਾ ਦੀ ਉਮਰ 40 years old ਹੈ। ਪਰ ਇੱਥੇ ਜਦੋਂ ਆਪਾਂ ਚੈਪਟਰ 3 ਤੇ ਪਹੁੰਚ ਗਏ ਆ, ਮੂਸਾ ਦੀ ਜਿਹੜੀ ਏਜ ਆ 80 years old ਹੋ ਗਈ। ਸਿਰਫ ਇੱਕ ਚੈਪਟਰ ਤੋਂ ਦੂਜੇ ਚੈਪਟਰ ਦੇ ਵਿੱਚ 40 years ਦਾ ਡਿਫਰੈਂਸ ਹੈ। 40 ਸਾਲ ਮੂਸਾ ਕੀ ਕਰਦਾ ਰਿਹਾ? ਆਪਣਾ ਜਿਹੜਾ ਉਹਦਾ ਸਹੁਰਾ ਸੀਗਾ ਉਹਦੀਆਂ ਭੇਡਾਂ ਚਰਾਉਂਦਾ ਰਿਹਾ ਆ। 40 ਸਾਲ ਉਹਨੇ ਭੇਡਾਂ ਚਰਾਈਆਂ। 40 ਸਾਲਾਂ ਬਾਅਦ ਕੀ ਹੋਇਆ? ਚੈਪਟਰ 3 ਨਿਰਗਮਨ ਉਹਦਾ ਤੀਜਾ ਬਾਬ, ਉੱਥੇ ਪੜਾਂਗੇ। मूसा अपने ससुर येथ्रो नामक मिघान के याजक की भेड़ बकरियों को चराता था, और वह उन्हें जंगल के पश्चिम की ओर होरेब नामक परमेश्वर के पर्वत के पास ले गया। और परमेश्वर के दूत ने एक कटीली झाड़ी के बीच आग की लो में उसको दर्शन दिया, और उसने दृष्टि उठाकर देखा कि झाड़ी जल रही है पर भस्म नहीं होती। तब मूसा ने कहा, मैं इधर उधर जाकर उस बड़े आश्चर्य कर्म को देखूंगा कि वह झाड़ी क्यों नहीं जल रही। जब यहोवा ने देखा कि मूसा देखने को मुड़ा चला आता है, तब परमेश्वर ने झाड़ी के बीच में से उसको पुकारा, हे मूसा, हे मूसा। मूसा ने कहा, क्या गया? उसने कहा, इधर पास मत आ, और अपने पांवों से जूतियों को उतार ले, क्योंकि जिस स्थान पर तू खड़ा है वह पवित्र भूमि है। फिर उसने कहा, मैं तेरे पिता का परमेश्वर और अब्राहम का परमेश्वर, इसहाक का परमेश्वर
और याकूब का परमेश्वर। तब मूसा ने जो परमेश्वर की ओर देखने से डरता था अपना मुंह ढांप लिया। फिर यहोवा ने कहा, मैंने अपनी प्रजा के लोगों को जो मिस्र में है उनके दुख को निश्चय देखा है, और उनकी जो जलजलाहट परिश्रम कराने वालों के कारण होती है उसको भी मैंने सुना है, और उनकी पीड़ा पर मैंने चित्त लगाया है। इसलिए अब मैं उतर आया हूं कि निकाल कर एक अच्छे और बड़े देश में, जिसमें दूध और मधु की धाराएं बहती हैं, अर्थात कनानी, हित्ती, इमोरी, परिज्जी, हबीबी और यबूसी लोगों के स्थान में पहुंचाऊं। इसलिए अब सुन, इजराइलियों की जलजलाहट मुझे सुनाई पड़ी है। हालेलुया। ਇੱਥੇ मूसा की कर रहा? मूसा ਦਾ एनकाउंटर हो रहा परमेश्वर ਦੇ ਨਾਲ। ਉਹ ਇੱਕ ਝਾੜੀ ਦੇਖ ਰਿਹਾ ਕਿ ਝਾੜੀ ਦੇ ਵਿੱਚ ਅੱਗ ਤਾਂ ਬਲ ਰਹੀ ਆ, ਪਰ ਉਹ ਸੜਦੀ ਨਹੀਂ ਪਈ। 40 ਸਾਲਾਂ ਬਾਅਦ ਜਦੋਂ मूसा ਨੇ ਪਹਿਲਾਂ ਟਰਾਈ ਕੀਤੀ ਕਿ ਉਹ ਜਿਹੜੀ ਕਾਲਿੰਗ ਨੂੰ ਪੂਰੀ ਕਰਨ ਦੀ, ਪਰ ਉਹ ਗਲਤੀ ਕਰ ਬੈਠਾ ਤੇ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਜਾ ਕੇ ਉਹਨੇ ਕਤਲ ਕਰ ਬੈਠਾ ਤਾਂ ਉਹਨੂੰ ਭੱਜਣਾ ਪਿਆ। ਪਰ ਬਾਅਦ ਵਿੱਚ ਕੀ ਆ, 40 ਸਾਲ ਬਾਅਦ ਪਰਮੇਸ਼ਵਰ ਨੇ ਦੁਬਾਰਾ ਉਹਨੂੰ ਦਰਸ਼ਨ ਦਿੱਤੇ, ਉਹਦਾ ਪਰਮੇਸ਼ਵਰ ਦੇ ਨਾਲ ਇਨਕਾਊਂਟਰ ਹੋਇਆ। ਤਾਂ ਆਪਾਂ ਸਾਰੇ ਜਾਣਦੇ ਹਾਂ ਇਸ ਤੋਂ ਬਾਅਦ ਵਿੱਚ, ਇਸ ਇਨਕਾਊਂਟਰ ਤੋਂ ਬਾਅਦ ਵਿੱਚ मूसा ਦੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਇਆ। ਉਹੀ मूसा ਜਿਹੜਾ ਉਹ ਫੈਰੋ ਤੋਂ ਡਰ ਕੇ ਮਿਗਾਨ ਦੇਸ਼ ਵਿੱਚ ਭੱਜਿਆ ਸੀਗਾ, ਉਹਨੇ ਕੀ ਕੀਤਾ, ਵਾਪਸ ਮਿਸਰ ਦੇ ਵਿੱਚ ਗਿਆ। ਹਾਲੇਲੂਇਆ। ਕਿਉਂ? ਕਿਉਂਕਿ ਉਹ ਪੁਰਾਣਾ मूसा ਨਹੀਂ ਰਿਹਾ ਸੀਗਾ। ਪਰਮੇਸ਼ਵਰ ਦਾ ਐਨਕਾਊਂਟਰ ਜਦੋਂ ਉਹਦੀ ਲਾਈਫ ਦੇ ਵਿੱਚ ਆਇਆ, ਪੁਰਾਣੀਆਂ ਚੀਜ਼ਾਂ ਖਤਮ ਹੋ ਗਈਆਂ ਤੇ ਉਹ ਕੀ, ਨਵੀਂ ਸ੍ਰਿਸ਼ਟੀ ਬਣ ਗਿਆ। ਉਹੀ मूसा ਜਿਹੜਾ 40 ਸਾਲ ਭੇਡਾਂ ਚਰਾਉਂਦਾ ਰਿਹਾ ਸੀਗਾ, ਉਸੇ मूसा ਨੇ ਕੀ ਕੀਤਾ, ਸਮੁੰਦਰ ਨੂੰ 2 ਭਾਗ ਕਰ ਦਿੱਤਾ। ਹਾਲੇਲੂਇਆ। ਇਹ ਪਰਮੇਸ਼ਵਰ ਦੇ ਐਨਕਾਊਂਟਰ ਦੀ ਪਾਵਰ ਆ। ਇਹ मूसा ਦੇ ਵਿੱਚ ਕੋਈ ਪਾਵਰ ਨਹੀਂ ਸੀਗੀ। ਇਸ ਵਕਤ ਜਦੋਂ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਹੋਇਆ, ਪੁਰਾਣਾ ਚੇਂਜ ਹੋ ਗਿਆ, मूसा ਇੱਕ ਨਵੀਂ ਕ੍ਰੀਏਸ਼ਨ ਹੋ ਗਿਆ, ਨਵੀਂ ਸ੍ਰਿਸ਼ਟੀ ਹੋ ਗਿਆ। ਤੇ ਨਵੀਂ ਸ੍ਰਿਸ਼ਟੀ ਜਿਹੜੀ ਕਿ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਕਿ ਅਸੀਂ ਜਿਹੜੇ ਅੰਬੈਸਡਰ ਆਫ ਲਿਵਿੰਗ ਗੋਡ ਆ, ਅਸੀਂ ਰਹਿੰਦੇ ਤਾਂ ਧਰਤੀ ਤੇ, ਪਰ ਅਸੀਂ ਆਪਰੇਟ ਕਿੱਥੋਂ ਕਰਦੇ ਆ, ਹੈਵਨ ਤੋਂ। ਜਦੋਂ ਅਸੀਂ ਹੈਵਨਲੀ ਕ੍ਰੀਏਚਰ ਬਣ ਜਾਂਦੇ, ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਆ, ਤੇ ਸਾਡੀ ਲਾਈਫ ਜਿਹੜੀ ਆ ਪਾਵਰਫੁਲ ਹੋ ਜਾਂਦੀ ਆ। ਉਹੀ मूसा ਜਿਹੜਾ ਆਪਣੀ ਜਾਨ ਬਚਾ ਕੇ ਭੱਜਿਆ ਸੀਗਾ, ਲੱਖਾਂ ਲੋਕਾਂ ਨੂੰ ਮਿਸਰ ਦੇ ਵਿੱਚੋਂ, ਗੁਲਾਮੀ ਦੇ ਵਿੱਚੋਂ ਕੱਢ ਕੇ ਲੈ ਆਇਆ। ਹਾਲੇਲੂਇਆ। ਉਹੀ मूसा ਜਿਹੜਾ ਜਾਨ ਬਚਾ ਕੇ ਭੱਜਿਆ ਸੀ ਉਸ ਟਾਈਮ ਦੇ ਵਿੱਚ, ਉਹਨੇ ਕੀ ਕੀਤਾ, ਰੇਗਿਸਤਾਨ ਦੇ ਵਿੱਚ ਇੱਕ ਪੱਥਰ ਦੇ ਉੱਤੇ ਆਪਣੀ ਸੋਟੀ ਮਾਰ ਕੇ ਪਾਣੀ ਦੀਆਂ ਨਦੀਆਂ ਵਹਾਤੀਆਂ। ਹਾਲੇਲੂਇਆ। ਇਹ ਪਰਮੇਸ਼ਵਰ ਦੇ ਇਨਕਾਊਂਟਰ ਦੀ ਪਾਵਰ ਸੀਗੀ। ਉਹ ਪਾਵਰ ਜਿਹਨੇ मूसा ਨੂੰ ਚੇਂਜ ਕਰਕੇ ਰੱਖਤਾ, ਇੱਕ ਨੋਰਮਲ ਬੰਦੇ ਤੋਂ ਮਾਈਟੀ ਮੈਨ ਆਫ ਗੋਡ, ਇੱਕ ਪਾਵਰਫੁਲ ਮੈਨ ਆਫ ਗੋਡ ਬਣਾ ਦਿੱਤਾ। ਇਹ ਪਰਮੇਸ਼ਵਰ ਦੇ ਇਨਕਾਊਂਟਰ ਦੀ ਪਾਵਰ। ਹਾਲੇਲੂਇਆ। ਅਸੀਂ ਇੱਕ ਹੋਰ ਵਚਨ ਪੜਾਂਗੇ, ਬੁੱਕ ਆਫ ਐਕਟਸ, ਉਹਦਾ ਚੈਪਟਰ 9 verse 13। ਬੁੱਕ ਆਫ ਐਕਟਸ ਚੈਪਟਰ 9 verse 3 to 9। ਪਹਿਲਾਂ ਆਪਾਂ 2 ਵਰਸਸ ਪੜੀਆਂ ਸੀਗੀਆਂ, ਉਹ ਸੇਮ ਚੈਪਟਰ ਦੀਆਂ, ਚੈਪਟਰ 9 ਦੀ ਪਹਿਲੀ ਤੇ ਦੂਜੀ ਵਰਸ ਪੜ੍ਹੀ ਸੀ। ਹੁਣ ਤੀਜੀ ਵਰਸ ਤੋਂ पढ़ांगे, वर्स 9 तक। परंतु चलते चलते जब वह दमिश्क के निकट पहुंचा तो एकाएक आकाश से उसके चारों ओर ज्योति चमकी और वह भूमि पर गिर पड़ा। कौन? पौल। और ये शब्द सुना, हे शाऊल तू मुझे क्यों सताता है? उसने पूछा, हे प्रभु तू कौन है? उसने कहा, मैं यीशु हूं जिसे तू सताता है। हालेलुया। ਇਹ ਪੌਲ ਦਾ ਕੀ ਹੋ ਰਿਹਾ? ਇਨਕਾਊਂਟਰ ਹੋ ਰਿਹਾ ਜੀਸਸ ਦੇ ਨਾਲ। ਜੀਸਸ ਦੀ ਆਵਾਜ਼ ਸੁਣ ਰਿਹਾ, ਇਨਕਾਊਂਟਰ ਹੋ ਰਿਹਾ ਪ੍ਰਭੂ ਦੇ ਨਾਲ ਉਹਦਾ। उसने पूछा, हे प्रभु तू कौन है? उसने कहा, मैं यीशु हूं जिसे तू सताता है।
परंतु अब उठकर नगर में जा, और जो तुझे करना है वह तुझसे कहा जाएगा। जो मनुष्य उसके साथ थे वह अवाक रह गए, क्योंकि शब्द तो सुनते थे परंतु किसी को देखते ना थे। तब शाऊल भूमि पर से उठा, परंतु जब आंखें खोली तो उसे कुछ दिखाई ना दिया, और वह उसका हाथ पकड़ के दमिश्क में ले गए। वह 3 दिन तक ना देख सका और ना खाया और ना पिया। हालेलुया। सेम सिमिलैरिटी आप देखिए, सेम जो मोजेस दे नाल होया, मूसा दे नाल होया, सेम ओही पोल दे नाल होया। ओही पोल ਜਿਹੜਾ ਪਹਿਲਾਂ ਪਰਮੇਸ਼ਵਰ ਦੇ ਲੋਕਾਂ ਨੂੰ ਫੜ ਕੇ ਲੈ ਕੇ ਆਉਂਦਾ ਸੀਗਾ, ਮਾਰਦਾ ਸੀ, ਉਹਨਾਂ ਦੇ ਪਿੱਛੇ ਚਿੱਠੀਆਂ ਕਢਾਉਂਦਾ ਸੀਗਾ, ਇੱਕ ਆਰਡਰ ਕਢਾਇਆ ਸੀਗਾ ਕਿ ਜਿੱਥੇ ਵੀ ਮੈਨੂੰ ਕ੍ਰਿਸਚਨ ਬੰਦੇ ਮਿਲਣ ਮੈਂ ਉਹਨਾਂ ਨੂੰ ਮਾਰਾਂ, ਕੁੱਟਾਂ, ਫੜ ਕੇ ਲੈ ਆਵਾਂ ਤੇ ਜੇਲ੍ਹ ਦੇ ਵਿੱਚ ਪਾ ਦੇਵਾਂ। ਪਰ ਉਹੀ ਪੋਲ ਆ ਜਿਹਨੂੰ ਪਰਮੇਸ਼ਵਰ ਦਾ ਇਨਕਾਊਂਟਰ ਹੋਇਆ। ਹਾਲੇਲੂਇਆ। ਵੈਸੇ ਮੈਂ ਅੱਜ ਚਾਹੁੰਦਾ ਸੀਗਾ ਕਿ ਤੁਹਾਨੂੰ ਇਨਕਾਊਂਟਰ ਤੁਸੀਂ ਆਪਣੀ ਲਾਈਫ 'ਚ ਕਿੱਦਾਂ ਲੈ ਸਕਦੇ ਆ ਉਹਦੇ ਬਾਰੇ ਦੱਸਾਂ, ਪਰ ਉਹਨੂੰ ਬਹੁਤ ਟਾਈਮ ਲੱਗ ਜਾਣਾ, ਉਹ ਮੇਬੀ ਨੈਕਸਟ ਟਾਈਮ ਲਈ ਆ। ਪਰ ਇਨਕਾਊਂਟਰ ਜਿਹੜਾ ਆ ਤੁਹਾਡੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਇਨਕਾਊਂਟਰ 2 ਤਰ੍ਹਾਂ ਦੇ ਨਾਲ ਹੁੰਦਾ, ਥੋੜਾ ਜਿਹਾ ਆਪਾਂ ਟੱਚ ਕਰਾਂਗੇ ਅੱਜ। ਇੱਕ ਤਾਂ ਇਨਕਾਊਂਟਰ ਇਹ ਹੈ ਕਿ ਤੁਸੀਂ ਆਪਣੀ ਲਾਈਫ 'ਚ ਲਿਆ ਸਕਦੇ ਆ। ਦੂਜਾ ਇਹ ਆ, ਪਰ ਉਹ ਡੇਂਜਰਸ ਆ। ਅਗਰ ਤੁਹਾਡੇ ਲਈ ਕੋਈ ਪ੍ਰੇਅਰ ਕਰ ਰਿਹਾ ਆ, ਤੁਹਾਡੀ ਲਾਈਫ ਦੇ ਵਿੱਚ ਇਨਕਾਊਂਟਰ ਆ ਸਕਦਾ ਆ। ਪਰ ਉਹ ਜਿਹੜਾ ਇਨਕਾਊਂਟਰ ਆ, ਜਿਹੜਾ ਤੁਸੀਂ ਖੁਦ ਨਹੀਂ ਪ੍ਰੇਅਰ ਕਰ ਰਹੇ ਪਰ ਤੁਹਾਡੇ ਲਈ ਕੋਈ ਪ੍ਰੇਅਰ ਕਰ ਰਿਹਾ, ਉਹ ਕੀ ਆ, ਉਹ ਤੁਹਾਨੂੰ ਇਨਕਾਊਂਟਰ ਉਲਟਾ ਕੇ ਸਿੱਟ ਸਕਦਾ ਆ। ਜਿੱਦਾਂ ਪੋਲ ਨੂੰ ਉਲਟਾ ਕੇ ਸਿੱਟਿਆ, ਅੱਖਾਂ ਦੀ ਰੋਸ਼ਨੀ ਚਲੀ ਗਈ। ਇਹ ਵੈਰੀ ਪਾਵਰਫੁਲ ਆ। ਮੈਂ ਲਾਸਟ ਟਾਈਮ ਕਿਹਾ ਸੀਗਾ ਕਿ ਮੈਂ ਬਹੁਤ ਹੈਪੀ ਸੀਗਾ ਕਿ ਜੋ ਪੰਜਾਬ ਦੇ ਵਿੱਚ ਕ੍ਰਿਸਚਨਾਂ ਦੇ ਨਾਲ ਹੁੰਦਾ ਰਿਹਾ, ਕ੍ਰਿਸਚਨਾਂ ਨੇ ਉਹਦਾ ਜਵਾਬ ਨਹੀਂ ਦਿੱਤਾ। ਲੋਕਾਂ ਨੇ ਕਿਹਾ ਲੱਤਾਂ ਤੋੜ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਕ੍ਰਿਸਚਨਾਂ ਨੇ ਜਵਾਬ ਨਹੀਂ ਦਿੱਤਾ, ਪਰ ਉਹਨਾਂ ਨੇ ਕੀ ਕੀਤਾ, ਪ੍ਰੇਅਰ ਕੀਤੀ। ਤਾਂ ਉਹਦਾ ਰਿਜ਼ਲਟ ਆਪਾਂ ਦੇਖਿਆ ਪੰਜਾਬ ਦੇ ਵਿੱਚ ਕੀ ਹੋਇਆ। ਇੱਥੇ ਵੀ ਸੇਮ ਉਹੀ ਪੋਲ ਜਿਹੜਾ ਕਿ ਕ੍ਰਿਸਚਨਾਂ ਨੂੰ ਮਾਰ ਰਿਹਾ ਸੀ, ਕੁੱਟ ਰਿਹਾ ਸੀਗਾ, ਕ੍ਰਿਸਚਨਾਂ ਨੇ ਇਹ ਨਹੀਂ ਕਿਹਾ ਕਿ ਇਕੱਠੇ ਹੋ ਕੇ ਚਲੀਏ, ਕਿਤੇ ਇਕੱਲੇ ਨੂੰ ਲੱਭੀਏ ਤੇ ਢਾ ਲਈਏ, ਏਦਾਂ ਤਾਂ ਨਹੀਂ ਕਿਹਾ। ਉਹਨਾਂ ਨੇ ਪ੍ਰੇਅਰ ਕੀਤੀ। ਉਹ ਪ੍ਰੇਅਰ ਦੇ ਨਾਲ ਪਰਮੇਸ਼ਵਰ ਨੇ ਕੀ ਸ਼ੇਕਿੰਗ ਦਿੱਤੀ ਉਹਨੂੰ। ਤਾਂ ਕਰਕੇ ਮੇਰਾ ਤੁਹਾਨੂੰ ਸੁਜੈਸ਼ਨ ਹੈ ਕਿ ਜੇ ਤੁਸੀਂ ਆਪਣੀ ਲਾਈਫ 'ਚ ਇਨਕਾਊਂਟਰ ਚਾਹੁੰਦੇ ਹੋ, ਖੁਦ ਪ੍ਰੇਅਰ ਕਰੋ। ਇਹ ਨਾ ਹੋਵੇ ਕਿ ਤੁਹਾਡੀ ਕੋਈ ਫੈਮਿਲੀ, ਤੁਹਾਡਾ ਕੋਈ ਫਰੈਂਡ ਤੁਹਾਡੇ ਲਈ ਪ੍ਰੇਅਰ ਕਰੇ ਤੇ ਪਰਮੇਸ਼ਵਰ ਤੁਹਾਨੂੰ ਉਲਟਾ ਕੇ ਸਿੱਟਣ ਤੇ 3 ਦਿਨ ਤੇ 3 ਰਾਤਾਂ ਤੁਹਾਨੂੰ ਕੁਝ ਦਿਖੇ ਨਾ ਤੁਸੀਂ ਕੁਝ ਖਾ ਸਕੋ ਨਾ ਪੀ ਸਕੋ, ਤੇ ਫਿਰ ਤੁਹਾਡੀ ਲਾਈਫ ਦੇ ਵਿੱਚ ਇਨਕਾਊਂਟਰ ਹੋਵੇ। ਹਾਲੇਲੂਇਆ। ਆਪਾਂ ਬੁੱਕ ਆਫ ਕਰੰਥੀਅੰਸ ਦੇ ਵਿੱਚ ਪੜਿਆ ਸੀਗਾ, ਪੌਲ ਨੇ ਕਿਹਾ, ਪੌਲ ਕੀ ਕਹਿੰਦਾ ਆ, ਉਹਨੇ 2 ਟਾਈਪ ਦੇ ਜੀਸਸ ਦੱਸੇ ਆ, ਸਿਰਫ 2 ਟਾਈਪ ਦੇ, ਪਰ ਮੈਂ ਤੁਹਾਨੂੰ ਬਹੁਤ ਟਾਈਪ ਦੇ ਦੱਸ ਸਕਦਾ। ਪੌਲ ਕਹਿੰਦਾ ਕਿ ਪਹਿਲਾਂ ਅਸੀਂ ਕਿਹਨੂੰ ਜਾਣਦੇ ਸੀਗੇ, ਉਹ ਜੀਸਸ ਜਿਹੜਾ ਸਰੀਰ ਦੇ ਵਿੱਚ ਸੀਗਾ, ਪਰ ਕਹਿੰਦਾ ਅੱਜ ਤੋਂ ਬਾਅਦ ਵਿੱਚ ਅਸੀਂ ਨਾ ਉਹਦੀ ਗੱਲ ਕਰਾਂਗੇ ਨਾ ਉਹਨੂੰ ਸੀਖ ਕਰਾਂਗੇ, ਪਰ ਅਸੀਂ ਕਿਹਨੂੰ ਸੀਖ ਕਰਾਂਗੇ, ਕਿਹਦੇ ਪਿੱਛੇ ਭੱਜਾਂਗੇ, ਜਿਹੜਾ ਜੀਵਿਤ ਆ, ਜਿਹੜਾ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਇਆ। ਮੈਂ ਵੀ ਤੁਸੀਂ ਕਹਿ ਸਕਦੇ ਆ ਕਿ ਮੈਨੂੰ ਤਾਂ ਇਨਕਾਊਂਟਰ ਨਹੀਂ ਹੋਇਆ, ਕੋਈ ਮੇਰੀ ਲਾਈਫ 'ਚ ਪਰਮੇਸ਼ਵਰ ਦਾ ਇਨਕਾਊਂਟਰ ਨਹੀਂ ਹੈ, ਪਰ ਮੈਂ ਜੀਸਸ ਨੂੰ ਜਾਣਦਾ ਹਾਂ। ਇਸ ਤਰੀਕੇ ਦੇ ਨਾਲ ਬਹੁਤ ਲੋਕ ਜਾਣਦੇ ਆ ਜੀਸਸ ਨੂੰ। ਇੱਕ ਐਗਜ਼ਾਮਪਲ ਆ ਮੁਸਲਿਮ ਕਹਿੰਦੇ ਅਸੀਂ ਜੀਸਸ ਨੂੰ ਜਾਣਦੇ ਆ, ਕਹਿੰਦੇ ਸਾਨੂੰ ਤੁਹਾਡੇ ਤੋਂ ਜ਼ਿਆਦਾ ਪਤਾ ਜੀਸਸ ਦਾ। ਈਵਨ ਕ੍ਰਿਸਚੀਅਨਸ ਨੂੰ ਕਹਿੰਦੇ ਆ ਤੁਹਾਨੂੰ ਨਹੀਂ ਪਤਾ ਜੀਸਸ ਦਾ, ਸਾਨੂੰ ਪਤਾ, ਅਸੀਂ ਜਾਣਦੇ ਆ। ਉਹਨਾਂ ਨੂੰ ਪੁੱਛੀਏ ਕਿ ਜੀਸਸ ਕੌਣ ਆ, ਉਹ ਕਹਿੰਦੇ ਆ ਕੀ ਆ, ਪ੍ਰੋਫਿਟ, ਨੋਰਮਲ ਪ੍ਰੋਫਿਟ, ਪਰ ਉਹ ਕਹਿੰਦੇ ਕਿ ਉਹ ਮੁਹੰਮਦ ਤੋਂ ਥੱਲੇ ਆ, ਜਸਟ ਅ ਨੋਰਮਲ ਪ੍ਰੋਫਿਟ। ਅਸੀਂ ਜਾਣਦੇ ਆ ਕਹਿੰਦੇ ਜੀਸਸ ਕੌਣ ਹੈ, ਪਰ ਉਹ ਅਸਲੀ ਜੀਸਸ ਨਹੀਂ ਹੈ। ਹਾਲੇਲੂਇਆ। ਹੀ ਇਜ਼ ਨਾਟ ਦ ਰੀਅਲ ਜੀਸਸ। ਤੁਸੀਂ ਕਿਸੇ ਐਥੀਅਸਟ ਨੂੰ ਪੁੱਛ ਲਓ, ਜਿਹੜਾ ਕੋਈ ਐਥੀਅਸਟ ਆ, ਮੇਬੀ ਉਹ ਜਿਹੜਾ ਕਿ ਕਿਸੇ ਵਿੱਚ ਵੀ ਬਲੀਵ ਨਹੀਂ ਕਰੂਗਾ, ਉਹ ਵੀ ਕਹੂਗਾ ਕਿ ਮੈਂ ਜਾਣਦਾ ਹਾਂ ਜੀਸਸ ਨੂੰ, ਇੱਕ ਬਹੁਤ ਵਧੀਆ ਬੰਦਾ ਸੀਗਾ, ਬਹੁਤ ਵਧੀਆ ਇਨਸਾਨ ਸੀਗਾ, ਉਹਨੇ ਬਹੁਤ ਅੱਛੀ ਸਿੱਖਿਆ ਦਿੱਤੀ, ਬਹੁਤ ਅੱਛੀਆਂ ਗੱਲਾਂ ਸਿਖਾਈਆਂ ਤੇ ਲੋਕਾਂ ਨੂੰ ਬਹੁਤ ਸੋਹਣਾ ਮੈਸੇਜ ਦਿੱਤਾ, ਮੈਂ ਜਾਣਦਾ ਹਾਂ। ਉਹ ਕਹਿੰਦੇ ਅਸੀਂ ਜਾਣਦੇ ਹਾਂ ਜੀਸਸ ਨੂੰ, ਪਰ ਕੀ ਉਹ ਅਸਲੀ ਜੀਸਸ ਆ?
ਉਹ ਅਸਲੀ ਜੀਸਸ ਨਹੀਂ ਹੈ। ਸਭ ਤੋਂ ਡੇਂਜਰਸ lukewarm Christians. Hallelujah. lukewarm Christians ਕਹਿੰਦੇ ਆ ਅਸੀਂ ਜੀਸਸ ਨੂੰ ਜਾਣਦੇ ਆ। ਜਿਹੜੇ ਕ੍ਰਿਸਚੀਅਨਸ ਫੈਮਿਲੀ ਦੇ ਵਿੱਚ ਬੋਰਨ ਹੋਏ ਆ, ਕਹਿੰਦੇ ਸਾਡੇ ਦਾਦੇ ਪੜਦਾਦੇ ਕ੍ਰਿਸਚੀਅਨ ਸੀਗੇ, ਅਸੀਂ 7 ਪੁਸ਼ਤਾਂ ਤੋਂ ਕ੍ਰਿਸਚੀਅਨ ਆ। ਉਹ ਜਦੋਂ ਕੋਈ ਮੇਰੇ ਵਰਗਾ ਬੰਦਾ ਖੜਾ ਹੋ ਜਾਂਦਾ, ਕਹਿੰਦੇ ਯਾਰ ਤੂੰ ਨਾ ਸਾਨੂੰ ਦੱਸ, ਸਾਨੂੰ ਪਤਾ ਜੀਸਸ ਕੌਣ ਆ, ਅਸੀਂ ਜਾਣਦੇ ਆ ਜੀਸਸ ਨੂੰ, ਸਾਨੂੰ ਲੋੜ ਨਹੀਂ, ਤੇਰੇ ਤੋਂ ਸੁਣਨ ਦੀ ਨਹੀਂ ਲੋੜ। ਜਿਹੜੇ ਕਿਸੇ ਬੰਦੇ ਨੂੰ ਇਨਕਾਊਂਟਰ ਹੋਇਆ ਹੁੰਦਾ, ਉਹਨੂੰ ਮੇਬੀ 2-3 ਸਾਲ ਹੋਏ ਹੁੰਦੇ ਆ, ਪਰ ਉਹਦੀ ਲਾਈਫ 'ਚ ਇਨਕਾਊਂਟਰ ਹੁੰਦਾ। ਤੇ ਲਿਊਕਵਾਰਮ ਕ੍ਰਿਸਚੀਅਨਸ ਕੀ ਕਹਿੰਦੇ ਆ? ਕਹਿੰਦੇ ਭਾਜੀ ਤੁਸੀਂ ਨਾ ਸਾਨੂੰ ਦੱਸੋ, ਸਾਨੂੰ ਪਤਾ ਜੀਸਸ ਕੌਣ ਹੈ। ਲਿਊਕਵਾਰਮ ਕ੍ਰਿਸਚੀਅਨ ਸਭ ਤੋਂ ਡੇਂਜਰਸ ਉਹਨਾਂ ਲਈ ਜੀਸਸ ਕੌਣ ਹੁੰਦਾ ਆ? ਮੇਬੀ ਕਈ ਕ੍ਰਿਸਚੀਅਨਸ ਲਈ ਜੀਸਸ ਹਾਲੇ ਵੀ ਇੱਕ ਬੇਬੀ ਆ। ਕ੍ਰਿਸਮਸ ਮਨਾਉਂਦੇ ਆ ਨਾ ਆਪਾਂ, ਐਜ਼ ਅ ਬੇਬੀ ਆਪਾਂ ਚਰਨੀ ਬਣਾਉਂਦੇ ਆ, ਤੇ ਕਈ ਤਾਂ ਉਹਨੂੰ ਮੱਥਾ ਵੀ ਟੇਕਦੇ ਆ। ਉਹਨਾਂ ਲਈ ਉਹ ਜੀਸਸ ਕੌਣ ਆ? ਉਹ ਬੇਬੀ ਆ ਜਿਹੜਾ ਕਿ ਹਾਲੇ ਵੀ ਚਰਨੀ ਦੇ ਵਿੱਚ ਪਿਆ ਹੈ। ਕਈਆਂ ਦਾ ਲੈਵਲ ਥੋੜਾ ਜਿਹਾ ਉੱਤੋਂ ਉੱਪਰ ਆ। ਉਹਨਾਂ ਲਈ ਜੀਸਸ ਰੱਬ ਤਾਂ ਹੈ, ਗੋਡ ਹੈ ਉਹਨਾਂ ਲਈ, ਪਰ ਵੀਕ 'ਚ ਕਿੰਨੇ ਦਿਨ? ਇੱਕ ਦਿਨ ਦੇ ਵਿੱਚ ਕੁਝ ਘੰਟਿਆਂ ਲਈ, ਮੇਬੀ 2 ਜਾਂ 3 ਘੰਟਿਆਂ ਲਈ ਉਹਨਾਂ ਲਈ ਜਿਹੜਾ ਜੀਸਸ ਆ ਉਹ ਗੋਡ ਆ। ਇੰਨਾ ਕੀ ਉਹਨਾਂ ਨੂੰ ਪਤਾ। ਉਹਨਾਂ ਲਈ ਜੀਸਸ ਕੀ ਆ? 2 ਘੰਟੇ ਲਈ ਤੁਸੀਂ ਚਰਚ ਜਾਣਾ ਆ, ਵਚਨ ਸੁਣਨਾ, ਗਾਣੇ ਗਾਉਣੇ ਆ, ਵੀਕ 'ਚ ਇੱਕ ਦਿਨ ਆਫਰਿੰਗ ਦੇਣੀ ਆ, ਤੇ ਗੱਲ ਖਤਮ ਹੋ ਜਾਂਦੀ ਹੈ। ਇਹ ਜੀਸਸ ਲਿਊਕਵਾਰਮ ਕ੍ਰਿਸਚੀਅਨਸ ਲਈ ਆ। ਪਰ ਕੀ ਉਹ ਰੀਅਲ ਜੀਸਸ ਆ? ਇਜ਼ ਹੀ ਦ ਰੀਅਲ ਜੀਸਸ? ਤੁਸੀਂ ਕਿਸੇ ਸਾਇੰਟਿਸਟ ਨੂੰ ਪੁੱਛ ਲਓ, ਸਾਇੰਟਿਸਟ ਜਿਹੜੀ ਹਿਸਟਰੀ ਆਰਕੀਓਲੋਜੀ ਦੇ ਨਾਲ ਸੰਬੰਧ ਰੱਖਦੇ ਆ, ਉਹ ਵੀ ਤੁਹਾਨੂੰ ਕਹਿ ਦੇਣਗੇ ਹਾਂ ਅਸੀਂ ਜੀਸਸ ਨੂੰ ਜਾਣਦੇ ਆ। ਵਾਕਈ ਉਹ ਇੱਕ ਇਨਸਾਨ ਸੀਗਾ ਜਿਹੜਾ ਧਰਤੀ ਤੇ ਆਇਆ ਸੀਗਾ, ਵਾਕਈ ਉਹ ਹਿਸਟੋਰੀਕਲ ਫਿਗਰ ਸੀਗੀ, ਉਹ ਧਰਤੀ ਤੇ ਆਇਆ ਸੀਗਾ, ਗਲੀਆਂ ਦੇ ਵਿੱਚ ਘੁੰਮਦਾ ਸੀਗਾ, ਵਾਕਈ ਉਹ ਇਨਸਾਨ ਸੀਗਾ। ਪਰ ਕੀ ਉਹ ਅਸਲੀ ਜੀਸਸ ਸੀ? ਨਾ। ਅਸਲੀ ਜੀਸਸ ਕੌਣ ਹੈ? ਪੀਟਰ ਬਾਰੇ ਜਾਣਦੇ ਸਾਰੇ? ਪਤਰਸ ਮੇਰੇ ਖਿਆਲ ਦੇ ਵਿੱਚ ਸਭ ਤੋਂ ਜ਼ਿਆਦਾ ਜੀਸਸ ਦੇ ਨਾਲ ਉਹ ਤੁਰਿਆ ਆ। ਸਭ ਤੋਂ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਟਾਈਮ ਸਪੈਂਡ ਕਰਨ ਵਾਲਾ ਜੀਸਸ ਦੇ ਨਾਲ ਪੀਟਰ ਸੀਗਾ। ਕਦੋਂ? ਜਦੋਂ ਜੀਸਸ ਸਰੀਰ ਦੇ ਵਿੱਚ ਸੀ। ਪਰ ਪੀਟਰ ਨੇ ਜਦੋਂ ਲਾਸਟ ਵਾਲਾ ਟਾਈਮ ਆਇਆ, ਪੀਟਰ ਨੇ ਕੀ ਕੀਤਾ? ਪ੍ਰਭੂ ਦਾ ਇਨਕਾਰ ਕਰ ਦਿੱਤਾ। ਜਿਹੜੇ ਪ੍ਰਭੂ ਸਰੀਰ ਦੇ ਵਿੱਚ ਸੀਗੇ, ਜਦੋਂ ਪ੍ਰਭੂ ਸਰੀਰ ਦੇ ਵਿੱਚ ਸੀਗੇ, ਹਰ ਜਗ੍ਹਾ ਗਿਆ, ਮਿਰੇਕਲ ਦੇਖੇ, ਵੱਡੇ ਵੱਡੇ ਮਿਰੇਕਲ ਦੇਖੇ, ਹਨਾ, ਸਭ ਕੁਝ ਦੇਖਿਆ, ਦੁਸ਼ਟ ਆਤਮਾਵਾਂ ਨਿਕਲਦੀਆਂ ਦੇਖਿਆ, ਖੁਦ ਵੀ ਦੁਸ਼ਟ ਆਤਮਾਵਾਂ ਕੱਢੀਆਂ ਉਹਨੇ, ਮਤਲਬ ਕਿ ਮੁਰਦੇ ਜ਼ਿੰਦਾ ਹੋਏ ਦੇਖੇ ਉਹਨੇ। ਪਰ ਲਾਸਟ ਤੇ ਉਹਨੇ ਕੀ ਕੀਤਾ? ਪ੍ਰਭੂ ਦਾ ਇਨਕਾਰ ਕਰ ਦਿੱਤਾ। ਪਰ ਫਿਰ ਕੀ ਹੋਇਆ? ਜਦੋਂ ਪ੍ਰਭੂ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਹੋਏ, ਉਹਦਾ ਇਨਕਾਊਂਟਰ ਪ੍ਰਭੂ ਦੇ ਨਾਲ ਹੋਇਆ। ਹਾਲੇਲੂਇਆ। ਪ੍ਰਭੂ ਨੇ ਜਦੋਂ ਦਰਸ਼ਨ ਦਿੱਤੇ ਉਹਨੂੰ, ਫਿਰ ਪੀਟਰ ਕੀ ਉਸ ਪੁਰਾਣਾ ਪੀਟਰ ਰਿਹਾ? ਇਨਕਾਰ ਕੀਤਾ ਪ੍ਰਭੂ ਦਾ ਉਹਨੇ। ਹਾਲੇਲੂਇਆ। ਫਿਰ ਜਿਹੜੀ ਉਹਦੀ ਲਾਈਫ ਦੇ ਵਿੱਚ ਕਾਲਿੰਗ ਸੀ, ਪ੍ਰਭੂ ਨੇ ਕਿਹਾ ਸੀਗਾ ਕਿ ਪਤਰਸ, ਮੈਂ ਤੈਨੂੰ ਉਹ ਪੱਥਰ ਬਣਾਵਾਂਗਾ ਜਿਹਦੇ ਉੱਤੇ ਮੈਂ ਆਪਣੀ ਕਲੀਸਿਆ ਸਥਾਪਿਤ ਕਰਾਂਗਾ। ਹਾਲੇਲੂਇਆ। ਉਹ ਪੀਟਰ ਨਹੀਂ ਰਿਹਾ, ਬਲਕਿ ਉਹ ਕੀ ਹੈ? ਨਿਊ ਕ੍ਰੀਏਸ਼ਨ ਹੋ ਗਿਆ। ਫਿਰ ਉਹਦੀ ਲਾਈਫ ਦੇ ਵਿੱਚ ਉਹ ਚੇਂਜ ਆਇਆ ਜਿਹਦੇ ਲਈ ਉਹ ਪੈਦਾ ਹੋਇਆ ਸੀਗਾ। ਹਾਲੇਲੂਇਆ। ਇਹ ਇਨਕਾਊਂਟਰ ਦੀ ਪਾਵਰ ਆ। ਸਾਨੂੰ ਸਾਰਿਆਂ ਨੂੰ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਦਾ ਇਨਕਾਊਂਟਰ ਚਾਹੀਦਾ। ਅਗਰ ਸਾਡੀ ਲਾਈਫ ਦੇ ਵਿੱਚ ਇਨਕਾਊਂਟਰ ਨਹੀਂ ਆ ਪਰਮੇਸ਼ਵਰ ਦਾ, ਅਸੀਂ ਆਪਣੀ ਜਿਹੜੀ ਕਾਲਿੰਗ ਆ ਨਾ ਤਾਂ ਉਹਨੂੰ ਪੂਰਾ ਕਰ ਸਕਦੇ ਆ, ਨਾ ਪਰਮੇਸ਼ਵਰ ਦੀ ਸੇਵਾ ਸਹੀ ਤਰੀਕੇ ਦੇ ਨਾਲ ਕਰ ਸਕਦੇ ਆ। ਥੋੜਾ ਜਿਹੜਾ ਗਲਿੰਪਸ ਆ ਉਹ ਆਪਾਂ ਕਰ ਸਕਦੇ, ਥੋੜਾ ਮੇਬੀ ਗੁੱਡ ਅਸ਼ਰ, ਥੋੜਾ ਬਹੁਤਾ ਸਰਮਨ ਵੀ ਸੁਣਾ ਲਵਾਂਗੇ, ਥੋੜੀ ਬਹੁਤੀ ਹੀਲਿੰਗ, ਥੋੜੀ ਬਹੁਤੀ ਡਿਲੀਵਰੈਂਸ, ਸਾਰਾ ਕੁਝ ਹੋ ਜਾਊਗਾ। ਪਰ ਜਿਹੜੀ ਅਸਾਈਨਮੈਂਟ ਪਰਮੇਸ਼ਵਰ ਨੇ ਤੁਹਾਡੇ ਲਈ ਰੱਖੀ ਆ, ਜਿਹਦੇ ਲਈ ਤੁਸੀਂ ਪੈਦਾ ਹੋਏ ਹੋ, ਉਹ ਤੁਸੀਂ ਨਹੀਂ ਕਰ ਸਕਦੇ। ਇਨਕਾਊਂਟਰ ਅੱਜ ਦਾ ਮੇਰਾ ਵਿਸ਼ਾ ਆ। ਡਜ਼ਨਟ ਮੈਟਰ ਕਿ ਤੁਸੀਂ ਕ੍ਰਿਸਚੀਅਨ ਫੈਮਿਲੀ ਦੇ ਵਿੱਚ ਪੈਦਾ ਹੋਏ ਹੋ, ਡਜ਼ਨਟ ਮੈਟਰ ਕਿ ਤੁਹਾਡੀ ਫੈਮਿਲੀ ਦੇ ਵਿੱਚ 3 ਪੀੜ੍ਹੀਆਂ ਤੋਂ ਸੇਵਾ ਚੱਲਦੀ ਆਈ ਆ, ਤੁਹਾਡੀ ਫੈਮਿਲੀ ਦੇ ਵਿੱਚ ਅਪੋਸਲ ਪੈਦਾ ਹੋਇਆ, ਤੁਹਾਡੀ ਫੈਮਿਲੀ 'ਚ ਪ੍ਰੋਫਿਟ ਪੈਦਾ ਹੋਏ ਆ,
ਇਹ ਇਹਦਾ ਸਬਸਟੀਟਿਊਟ ਨਹੀਂ ਆ। ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਉਹ ਸਕੂਲ ਦੇ ਵਿੱਚੋਂ ਜਿਹਦੇ ਵਿੱਚੋਂ ਪਾਸਟਰ ਸੀ। ਤੁਸੀਂ ਕਹਿ ਸਕਦੇ ਹੋ ਕਿ ਹਾਂ ਮੈਂ ਤਾਂ ਸਾਰਾ ਕੁਝ ਸਹੀ ਕੀਤਾ, ਬਪਤਿਸਮਾ ਵੀ ਲਿਆ ਆ, ਮੈਂ ਸ਼ਰਾਬਾਨੀ ਵੀ ਲੈਂਦਾ ਆ, ਮੈਂ ਚਰਚ ਵੀ ਜਾਂਦਾ ਆ, ਪਰ ਸਟਿਲ ਜਿੰਨੀ ਦੇਰ ਤੁਹਾਡੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਪਰਮੇਸ਼ਵਰ ਦਾ ਇਨਕਾਊਂਟਰ ਨਹੀਂ ਆ, ਤੁਸੀਂ ਵੱਡੇ ਕੰਮ ਨਹੀਂ ਕਰ ਸਕਦੇ। ਹਾਲੇਲੂਇਆ। ਜਦੋਂ ਪਰਮੇਸ਼ਵਰ ਦਾ ਤੁਹਾਡੀ ਲਾਈਫ ਦੇ ਵਿੱਚ ਇਨਕਾਊਂਟਰ ਹੋ ਜਾਊਗਾ, ਇਨਕਾਊਂਟਰ ਹੋਣ ਦੇ ਨਾਲ ਕੀ ਤੁਹਾਡੀ ਲਾਈਫ ਦੇ ਵਿੱਚ ਚੇਂਜ ਆ ਸਕਦੀ ਆ, ਜਾਂ ਤੁਸੀਂ ਉਹ ਜਿਹੜਾ ਇਨਕਾਊਂਟਰ ਆ ਤੁਹਾਡੀ ਲਾਈਫ ਨੂੰ ਕਿੱਦਾਂ ਚੇਂਜ ਕਰੂਗਾ। ਜਿਹੜਾ ਇਨਕਾਊਂਟਰ ਆ, ਇਨਕਾਊਂਟਰ ਦੇ ਨਾਲ ਪ੍ਰਭੂ ਦਾ ਮਸਾ, ਜਿਹੜਾ ਹੈਵੀ ਮਸਾ ਤੁਹਾਡੇ ਉੱਤੇ ਆਊਗਾ, ਉਹ ਜਿਹੜਾ ਮਸਾ ਆ ਉਹ ਇਨਕਾਊਂਟਰ ਦੇ ਥਰੂ ਜਿਹੜਾ ਤੁਹਾਡੀ ਲਾਈਫ ਦੇ ਵਿੱਚ ਆਊਗਾ, ਤੁਹਾਡੀ ਲਾਈਫ ਨੂੰ ਚੇਂਜ ਕਰ ਦੂਗਾ। ਤੁਸੀਂ ਜਿੱਦਾਂ ਪੌਲ ਨੇ ਕਿਹਾ ਕਿ ਤੁਸੀਂ ਉਹ ਪੁਰਾਣਾ ਜਿਹੜਾ ਹਾਰਿਆ ਹੋਇਆ ਮਨੁੱਖ, ਜਿਹੜਾ ਪਾਪ ਦੇ ਵਿੱਚ ਡਿੱਗਿਆ ਮਨੁੱਖ, ਉਹ ਮਰ ਜਾਏਗਾ। ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਓਗੇ। ਪਰਮੇਸ਼ਵਰ ਦੇ ਜਿਹੜੇ ਸਾਰੇ ਵਾਅਦੇ ਆ ਉਹ ਤੁਹਾਡੀ ਲਾਈਫ ਦੇ ਵਿੱਚ ਪੂਰੇ ਹੋਣੇ ਸਟਾਰਟ ਹੋ ਜਾਣਗੇ। ਉਹ ਜਿਹੜਾ ਪਰਮੇਸ਼ਵਰ ਦਾ ਮਸਾ ਆ ਉਹ ਇਨਕਾਊਂਟਰ ਦੇ ਥਰੂ ਆਇਆ, ਉਹ ਤੁਹਾਡੀ ਫੈਮਿਲੀ ਦੇ ਵਿੱਚ ਕੰਮ ਕਰਨਾ ਸਟਾਰਟ ਕਰੇਗਾ। ਤੁਹਾਡੀ ਫੈਮਿਲੀ ਸੇਮ ਨਹੀਂ ਰਹੇਗੀ, ਤੁਹਾਡੇ ਬੱਚੇ ਸੇਮ ਨਹੀਂ ਰਹੇਗੇ, ਤੁਹਾਡਾ ਬਿਜ਼ਨਸ ਸੇਮ ਨਹੀਂ ਰਹੂਗਾ। ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਹੀਲਿੰਗ ਚਾਹੀਦੀ ਆ, ਉਹ ਹੀਲਿੰਗ ਤੁਹਾਡੀ ਲਾਈਫ ਦੇ ਵਿੱਚ ਆਏਗੀ। ਹਾਲੇਲੂਇਆ। ਤੁਹਾਡੀ ਲਾਈਫ ਦੇ ਥਰੂ ਪਰਮੇਸ਼ਵਰ ਵੱਡੇ ਕੰਮ ਜਿਹੜੇ ਆ ਉਹ ਕਰ ਸਕਣਗੇ, ਪਰ ਕਦੋਂ? ਜਦੋਂ ਇਨਕਾਊਂਟਰ ਤੁਹਾਡੀ ਲਾਈਫ ਦੇ ਵਿੱਚ ਆਏਗਾ। ਪਰ ਉਹ ਇਨਕਾਊਂਟਰ ਦੇ ਥਰੂ ਤੁਹਾਡੀ ਲਾਈਫ ਦੇ ਵਿੱਚ ਮਸਾ ਆਏਗਾ, ਕਿਉਂਕਿ ਇਨਕਾਊਂਟਰ ਜਦੋਂ ਤੁਹਾਨੂੰ ਜੋ ਪਰਮੇਸ਼ਵਰ ਦਾ ਇਨਕਾਊਂਟਰ ਤੁਹਾਨੂੰ ਹੋ ਜਾਂਦਾ, ਤੁਹਾਡੀ ਲਾਈਫ ਚੇਂਜ ਹੋ ਜਾਂਦੀ ਹੈ। ਜਿਹੜੇ ਤੁਹਾਡੇ ਫਰੈਂਡ ਹੁੰਦੇ ਆ ਉਹ ਫਰੈਂਡ ਤੁਹਾਡੇ ਫਰੈਂਡ ਨਹੀਂ ਰਹਿ ਸਕਦੇ, ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਜਾਣ ਲੈਂਦੇ। ਰੂਬਰੂ ਜਦੋਂ ਤੁਸੀਂ ਪਰਮੇਸ਼ਵਰ ਨੂੰ ਦੇਖ ਲੈਂਦੇ। ਮੈਂ ਇਹ ਨਹੀਂ ਕਹਿੰਦਾ ਕਿ ਜਿੱਦਾਂ ਮੂਸਾ ਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਉਦਾਂ ਤੁਹਾਨੂੰ ਝਾੜੀ ਦੇ ਵਿੱਚੋਂ ਪਰਮੇਸ਼ਵਰ ਦਰਸ਼ਨ ਦਊਗੇ, ਜਾਂ ਜਿੱਦਾਂ ਪੌਲ ਨੂੰ ਉਹਨਾਂ ਨੇ ਆਵਾਜ਼ ਮਾਰ ਕੇ ਬੁਲਾਇਆ ਸੀਗਾ, ਹੋ ਸਕਦਾ ਤੁਹਾਨੂੰ ਸੇਮ ਇਨਕਾਊਂਟਰ ਹੋਵੇ ਵੀ। ਇਟਸ ਪੋਸੀਬਲ, ਕਿਉਂਕਿ ਇਨਕਾਊਂਟਰ ਹੁੰਦੇ ਆ। ਕੁਝ ਮਹੀਨੇ ਪਹਿਲਾਂ ਦੀ ਗੱਲ ਆ, ਇੱਕ ਇਰਾਨੀਅਨ ਮੁਸਲਿਮ ਸੀਗਾ, ਸ਼ਾਇਦ ਤੁਹਾਨੂੰ ਮੋਰਿਸ ਦੇ ਟੇਬਲ ਬਾਰੇ ਪਤਾ, ਮੇਬੀ ਬੁਸ਼ਰਾ ਨੂੰ ਪਤਾ। Morris. So Morris table. I'm talking about Morris table. So ਉਹ ਇਰਾਨੀਅਨ ਇੱਕ ਮੁਸਲਿਮ ਸੀਗਾ, ਉਹ ਟੇਬਲ ਤੇ ਆਇਆ ਇੱਧਰ। ਉੱਥੇ ਕ੍ਰਿਸਚੀਅਨ ਟੇਬਲ ਆ, 2 ਦਿਨ ਲੱਗਦਾ ਵੀਕ ਦੇ ਵਿੱਚ ਨਾ। 80 years old ਬੰਦਾ ਇਵੈਂਜਲਿਜ਼ਮ ਕਰਦਾ ਹੈ ਐਵਰੀ ਸਿੰਗਲ ਵੀਕ, 2 ਦਿਨ ਹੁੰਦਾ ਹਾਈ ਸਟਰੀਟ ਤੇ ਆਕਸਫੋਰਡ ਦੇ ਵਿੱਚ। ਉਹ ਮੁਸਲਿਮ ਆਇਆ ਤੇ ਉਹਨੇ ਪੁੱਛਿਆ, ਜੀਸਸ ਦੇ ਬਾਰੇ ਪੁੱਛਿਆ ਨਾ, ਮੋਰਿਸ ਨੂੰ ਪੁੱਛਿਆ, ਤੇ ਮੋਰਿਸ ਨੇ ਦੱਸਿਆ, ਕਹਿੰਦਾ ਹੀ ਇਜ਼ ਸਨ ਆਫ ਦ ਲਿਵਿੰਗ ਗੋਡ, ਹੀ ਇਜ਼ ਦ ਕ੍ਰੀਏਟਰ ਆਫ ਦ ਯੂਨੀਵਰਸ। ਉਹ ਬਹੁਤ ਗੁੱਸੇ ਦੇ ਵਿੱਚ ਆ ਗਿਆ। ਉਹ ਕਹਿੰਦਾ ਮੈਨੂੰ ਸੁਪਨਾ ਆਇਆ ਸੀ, ਸੁਪਨੇ ਦੇ ਵਿੱਚ ਮੈਨੂੰ ਜੀਸਸ ਦਿਖੇ ਆ, ਪਰ ਤੂੰ ਜੋ ਕਹਿ ਰਿਹਾ ਆ ਇਹ ਸਹੀ ਨਹੀਂ ਆ। ਕਹਿੰਦਾ ਮੈਂ ਜਾਣਦਾ ਆ ਜੀਸਸ ਕੌਣ ਆ, ਉਹ ਇੱਕ ਪ੍ਰੋਫਿਟ ਆ, ਪਰ ਮੈਂ ਕਹਿੰਦਾ ਮੈਨੂੰ ਸੁਪਨਾ ਆਇਆ ਸੀਗਾ, ਮੈਂ ਤੈਨੂੰ ਪੁੱਛਣ ਆ ਗਿਆ। ਮੋਰਿਸ ਕਹਿੰਦਾ ਠੀਕ ਆ। ਉਹ ਗੁੱਸੇ ਦੇ ਵਿੱਚ ਚਲਾ ਗਿਆ। ਥੋੜੇ ਦਿਨਾਂ ਬਾਅਦ ਉਹ ਫਿਰ ਆ ਗਿਆ। ਫਿਰ ਮੋਰਿਸ ਨੂੰ ਉਹਨੇ ਪੁੱਛਿਆ, ਕਹਿੰਦਾ ਮੋਰਿਸ ਮੈਨੂੰ ਆਹ ਸੁਪਨਾ ਆਇਆ ਆ, ਇਹਦਾ ਕੀ ਮਤਲਬ ਆ? ਉਹਨੇ ਫਿਰ ਬਿਬਲੀਕਲੀ ਦੱਸਿਆ ਕਿ ਹਾਂ ਜੇ ਤੈਨੂੰ ਆਹ ਸੁਪਨਾ ਆਇਆ, ਇਹਦਾ ਮਤਲਬ ਆਹ ਹੋ ਸਕਦਾ ਕਿ ਜੀਸਸ ਤੇਰੀ ਲਾਈਫ 'ਚ ਆਹ ਕਰਨਾ ਚਾਹੁੰਦੇ ਆ ਤੇ ਤੈਨੂੰ ਆਹ ਕਰਨਾ ਚਾਹੀਦਾ ਹੈ। ਉਹ ਫਿਰ ਬੰਦਾ ਗੁੱਸੇ ਦੇ ਵਿੱਚ ਆ ਗਿਆ। ਫਿਰ ਉੱਥੇ ਟੇਬਲ ਤੇ ਹੱਥ ਮਾਰ ਕੇ ਫਿਰ ਚਲਾ ਗਿਆ, ਕਹਿੰਦਾ ਤੂੰ ਮੈਨੂੰ ਗਲਤ ਗਾਈਡ ਕਰਨਾ। ਥੋੜੇ ਦਿਨਾਂ ਬਾਅਦ ਉਹ ਫਿਰ ਆਇਆ। ਉਦੋਂ ਬਿਲਕੁਲ ਕਾਮ ਸੀਗਾ, ਕੋਈ ਗੁੱਸਾ ਨਹੀਂ, ਕੋਈ ਕੁਛ ਨਹੀਂ, ਕੋਈ ਉਹਨੇ ਕੁਐਸਚਨ ਨਹੀਂ ਪੁੱਛਿਆ ਮੋਰਿਸ ਨੂੰ। ਮੋਰਿਸ ਨੇ ਪੁੱਛਿਆ ਵੀ ਹੁਣ ਕੀ ਹੋਇਆ? ਕਹਿੰਦਾ ਜੀਸਸ ਮੇਰੇ ਰੂਮ ਦੇ ਵਿੱਚ ਆ ਗਏ। ਹਾਲੇਲੂਇਆ। ਕਹਿੰਦਾ ਜੀਸਸ ਮੇਰੇ ਰੂਮ ਦੇ ਵਿੱਚ ਆ ਗਏ ਤੇ ਜੀਸਸ ਨੇ ਆ ਕੇ ਕਿਹਾ ਕਿ ਜੋ ਤੈਨੂੰ ਮੋਰਿਸ ਨੇ ਕਿਹਾ ਆ ਉਹ ਸਾਰਾ ਸਹੀ ਆ। ਇਨਕਾਊਂਟਰ ਤੁਹਾਨੂੰ ਏਦਾਂ ਵੀ ਹੋ ਸਕਦਾ ਆ। ਮਤਲਬ ਕਿ ਮੇਰੇ ਕਹਿਣ ਦਾ ਮਤਲਬ ਆ ਕਿ ਮੈਂ ਡਿਨਾਈ ਨਹੀਂ ਕਰਦਾ ਕਿ ਤੁਹਾਨੂੰ ਉਹ ਇਨਕਾਊਂਟਰ ਨਹੀਂ ਹੋ ਸਕਦਾ, ਪਰ ਇਨਕਾਊਂਟਰ ਡਿਫਰੈਂਟ ਵੀ ਹੁੰਦੇ ਆ। ਮੇਰੀ ਸ਼ਾਇਦ ਮੈਂ 16 ਜਾਂ 17 ਸਾਲ ਦਾ ਸੀਗਾ, ਮੇਰਾ ਪਹਿਲਾ ਇਨਕਾਊਂਟਰ ਪਰਮੇਸ਼ਵਰ ਦੇ ਨਾਲ ਸੀਗਾ। ਸਾਡੇ ਕੋਲ ਅਮਰੀਕਾ ਤੋਂ ਪਾਸਟਰ ਆਏ ਸੀਗੇ ਇੰਡੀਆ ਦੇ ਵਿੱਚ, ਮੈਂ ਇੰਡੀਆ ਸੀਗਾ, ਉਹਨਾਂ ਨੇ ਪ੍ਰੀਚ ਕਰਨਾ ਸੀਗਾ। ਮੇਰੀ ਡਿਊਟੀ ਲੱਗ ਗਈ ਉੱਥੇ ਕਿ ਜਿਹੜੀਆਂ ਗਵਾਹੀਆਂ, ਜਿਹੜੇ ਹੀਲ ਹੁੰਦੇ ਆ ਲੋਕ, ਉਹਨਾਂ ਦੀਆਂ ਤੁਸੀਂ ਗਵਾਹੀਆਂ ਲਿਖਣੀਆਂ। ਟੇਬਲ ਲੱਗ ਗਿਆ, ਮੈਂ ਦੇਖਿਆ ਕਿ ਇੱਕ ਬੰਦੇ ਨੂੰ 4 ਬੰਦੇ ਮੰਜੇ ਤੇ ਪਾ ਕੇ ਲੈ ਕੇ ਆ ਰਹੇ ਆ। ਚੱਲਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਰੱਖਿਆ ਤੇ ਮੇਰੀ ਡਿਊਟੀ ਸੀਗੀ ਨੋਟ ਕਰਨ ਦੀ। ਤੇ ਜਦੋਂ ਮੀਟਿੰਗ ਖਤਮ ਹੋਈ, ਉਹੀ ਬੰਦਾ ਜਿਹਨੂੰ ਮੰਜੇ ਤੇ ਪਾ ਕੇ ਲੈ ਕੇ ਆਏ ਸੀਗੇ
ਉਹ ਤੁਰ ਕੇ ਜਾ ਰਿਹਾ ਸੀਗਾ। ਹਾਲੇਲੂਇਆ। ਇਹ ਮੇਰਾ ਪਹਿਲਾ ਇਨਕਾਊਂਟਰ ਸੀਗਾ। ਦੂਜਾ ਇਨਕਾਊਂਟਰ ਸੇਮ ਮੀਟਿੰਗ ਦੇ ਵਿੱਚ ਹੋਇਆ। ਕੋਈ ਜੱਟ ਫੈਮਿਲੀ ਤੋਂ ਲੜਕਾ ਸੀਗਾ, ਉਹਨਾਂ ਦੇ ਖੂਹ ਦੇ ਉੱਤੇ ਕੋਈ ਜਗ੍ਹਾ ਬਣੀ ਸੀਗੀ ਕਿਸੇ ਸ਼ਹੀਦ ਦੀ, ਉਹ ਸ਼ਹੀਦਾਂ ਨੂੰ ਮੰਨਦੇ ਸੀਗੇ। ਉਹ ਬਾਬਾ ਜੀ ਨੂੰ ਮੰਨਦੇ ਸੀਗੇ। ਉਹ ਰਾਤ ਨੂੰ ਕਈ ਵਾਰੀ ਉਹਦੇ ਵਿੱਚ ਆ ਜਾਂਦਾ ਸੀਗਾ। ਉਹ ਯੰਗ ਬੱਚਾ ਸੀਗਾ, ਮੇਬੀ 14-15 ਸਾਲ ਦਾ ਬੱਚਾ ਸੀਗਾ। ਆਈ ਡੋਂਟ ਨੋ, ਮੈਨੂੰ ਨਹੀਂ ਪਤਾ। ਉਹਦੇ ਘਰ ਦੇ ਕਹਿੰਦੇ ਕਿ ਉਹਦੀਆਂ ਜਿਹੜੀਆਂ ਲੱਤਾਂ ਆ ਉਹ ਛੱਤ ਦੇ ਨਾਲ ਲੱਗ ਜਾਂਦੀਆਂ ਸੀਗੀਆਂ। ਉਹ ਜਦੋਂ ਉਹਦੇ ਵਿੱਚ ਆ ਜਾਂਦਾ ਸੀਗਾ। ਵੈਲ ਰਿਪਿਊਟਡ ਫੈਮਿਲੀ ਸੀਗੀ ਸਾਡੇ ਸ਼ਾਹਕੋਟ ਦੇ ਵਿੱਚ, ਬਹੁਤ ਹਾਈ ਲੈਵਲ ਦੀ ਫੈਮਿਲੀ ਸੀਗੀ। ਉਹਨਾਂ ਦਾ ਉਹ ਬੱਚਾ ਸੀਗਾ। ਮੈਂ ਵੀ ਪਤਾ ਨਹੀਂ ਉਹ ਚੱਕ ਕੇ ਉਹਨੂੰ ਉੱਪਰ ਮਾਰਦਾ ਸੀਗਾ ਜਾਂ ਵੈਸੇ ਲੰਬੀਆਂ ਹੋ ਜਾਂਦੀਆਂ ਸੀ, ਮੈਂ ਉਹਨਾਂ ਨੂੰ ਪੁੱਛਿਆ ਨਹੀਂ, ਪਰ ਕਹਿੰਦੇ ਉਹਦੀਆਂ ਲੱਤਾਂ ਲੰਬੀਆਂ ਹੋ ਜਾਂਦੀਆਂ ਸੀ, ਜੀਭ ਉਹਦੀ ਬਾਹਰ ਆ ਜਾਂਦੀ ਸੀ, ਗਰਦਨ ਉਹਦੀ ਪਿੱਛੇ ਨੂੰ ਮੁੜ ਕੇ ਲੱਗ ਜਾਂਦੀ ਸੀ। ਆਹ ਸਾਰਾ ਕੁਝ ਹੁੰਦਾ ਸੀ ਉਹਦੇ ਨਾਲ। ਉਹਨੂੰ ਉੱਥੇ ਮੀਟਿੰਗ ਦੇ ਵਿੱਚ ਲੈ ਕੇ ਆਏ। ਉਹੀ ਅਮਰੀਕਾ ਤੋਂ ਆਏ ਹੋਏ ਪਾਸਟਰ ਜਦੋਂ ਗੱਡੀ ਦੇ ਵਿੱਚ ਬੈਠੇ, ਇੱਕ ਲੱਤ ਉਹਨਾਂ ਦੀ ਅੰਦਰ ਸੀ, ਇੱਕ ਬਾਹਰ ਸੀਗੀ। ਮੈਂ ਉਹਨੂੰ ਲੈ ਕੇ ਗਿਆ ਉੱਥੇ। ਮੈਂ ਕਿਹਾ ਪਾਸਟਰ ਜੀ, ਇਹਦੀ ਆਹ ਪ੍ਰੋਬਲਮ ਆ, ਕਿ ਤੁਸੀਂ ਪ੍ਰੇਅਰ ਕਰ ਦੂੰਗੇ ਇੱਥੇ? ਉਹ ਏਦਾਂ ਹੀ ਉਹਨਾਂ ਨੇ ਲੱਤ ਬਾਹਰ ਕੱਢ ਲਈ ਗੱਡੀ ਦੇ ਵਿੱਚੋਂ, ਪ੍ਰੇਅਰ ਕੀਤੀ। ਉਹਨੂੰ ਬੰਦੇ ਨੂੰ ਕੋਈ ਜੀਸਸ ਬਾਰੇ ਪਤਾ ਨਹੀਂ। ਉਹਨਾਂ ਦੇ ਦੂਰ ਦੂਰ ਤੱਕ ਫੈਮਿਲੀ ਨੂੰ ਨਹੀਂ ਪਤਾ ਕਿ ਕੋਈ ਹੋਲੀ ਸਪਿਰਿਟ ਹੁੰਦੀ, ਹੋਲੀ ਸਪਿਰਿਟ ਦਾ ਟੱਚ ਹੁੰਦਾ ਆ। ਪਰ ਉਹ ਪਾਰਕਿੰਗ ਦੇ ਵਿੱਚ, ਪਾਰਕਿੰਗ ਲੋਟ ਦੇ ਵਿੱਚ, ਉਹ ਜਿਹੜਾ 14-15 ਸਾਲ ਦਾ ਬੱਚਾ ਸੀਗਾ ਡਿੱਗ ਗਿਆ ਥੱਲੇ। ਉਦੋਂ ਤੋਂ ਬਾਅਦ ਵਿੱਚ ਉਹਦੇ ਅੰਦਰੋਂ ਜਿਹੜਾ ਸੀਗਾ ਉਹ ਜੋ ਵੀ ਸੀ ਨਿਕਲ ਗਿਆ। ਉਹਨੂੰ ਕਦੀ ਪ੍ਰੋਬਲਮ ਨਹੀਂ ਹੋਈ। ਇਹ ਮੇਰਾ ਦੂਜਾ ਇਨਕਾਊਂਟਰ ਸੀਗਾ। ਹੋਰ ਵੀ ਮੇਰੀ ਲਾਈਫ ਦੇ ਵਿੱਚ ਬਹੁਤ ਇਨਕਾਊਂਟਰ ਹੋਏ ਆ। ਰੀਸੈਂਟਲੀ ਕਾਫੀ ਹੋਏ ਆ। ਇੱਕ ਮੇਰੀ ਬੇਟੀ ਦੀ ਜਿਹੜੀ ਹੀਲਿੰਗ ਸੀਗੀ, ਜਦੋਂ ਸਾਰੇ ਇੱਥੇ ਜੀਆਰ ਦੇ ਵਿੱਚ ਉਹਨਾਂ ਜਵਾਬ ਦੇ ਦਿੱਤਾ ਸੀਗਾ ਕਿ ਇਹਨੂੰ ਕੋਈ ਨਹੀਂ ਬਚਾ ਸਕਦਾ ਨਾ, ਤੇ ਪਰਮੇਸ਼ਵਰ ਨੇ ਕੁਝ ਮਿੰਟਾਂ ਦੇ ਵਿੱਚ ਉਹਨੂੰ ਹੀਲ ਕਰ ਦਿੱਤਾ ਸੀਗਾ। ਇਹ ਡਿਫਰੈਂਟ ਇਨਕਾਊਂਟਰ ਸੀਗਾ। ਹੋਰ ਵੀ ਕਈ ਇਨਕਾਊਂਟਰ ਸੀਗੇ। ਇੱਕ ਇਨਕਾਊਂਟਰ ਮੈਨੂੰ ਹੋਇਆ ਸੀਗਾ, ਉਹ ਜਦੋਂ ਮੈਂ ਮੈਨੂੰ ਇਨਕਾਊਂਟਰ ਹੋਇਆ ਤਾਂ ਮੈਂ ਫਲੋਰ ਤੇ ਮੇਬੀ ਸ਼ਾਇਦ 15 ਮਿੰਟ ਲਈ ਪਿਆ ਸੀਗਾ। ਤਾਂ ਮੇਰੇ ਕੋਲ ਮੂੰਹ ਵੀ ਬੰਦ ਆਪਣਾ ਨਹੀਂ ਕਰ ਹੁੰਦਾ। 15 ਮਿੰਟ ਲਈ ਮੇਰਾ ਮੂੰਹ ਖੁੱਲਾ ਰਿਹਾ ਸੀਗਾ। ਉਹ ਮੈਨੂੰ ਪਰਮੇਸ਼ਵਰ ਦਾ ਇਨਕਾਊਂਟਰ ਸੀਗਾ। ਤਾਂ ਉਹ ਇਨਕਾਊਂਟਰ ਤੋਂ ਬਾਅਦ ਚ ਮੇਰੀ ਲਾਈਫ ਚੇਂਜ ਹੋਈ ਸੀਗੀ। ਮਿਨਿਸਟਰੀ ਇੱਕਦਮ ਸਟਾਰਟ ਹੋ ਗਈ, ਪਲੇਟਫਾਰਮ ਮਿਲ ਗਏ। ਮੈਂ ਪਰਮੇਸ਼ਵਰ ਨੂੰ ਦੁਆ ਕਰਦਾ ਸੀ, ਪਰਮੇਸ਼ਵਰ ਮੈਨੂੰ ਪਲੇਟਫਾਰਮ ਚਾਹੀਦਾ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ। ਮੈਨੂੰ ਕੋਈ ਰਸਤਾ ਨਹੀਂ ਦੇਖਦਾ ਸੀਗਾ। ਪਰ ਉਹ ਇਨਕਾਊਂਟਰ ਤੋਂ ਬਾਅਦ ਚ ਪਰਮੇਸ਼ਵਰ ਨੇ ਏਦਾਂ ਦੇ ਰਸਤੇ ਖੋਲ੍ਹੇ, ਰਸਤੇ ਖੋਲ੍ਹਦੇ ਗਏ ਤੇ ਅੱਜ ਪਰਮੇਸ਼ਵਰ ਨੇ ਆਪਣੀ ਚਰਚ ਸਾਨੂੰ ਦੇ ਦਿੱਤੀ। ਇਹ ਉਹ ਇਨਕਾਊਂਟਰ ਦਾ ਫਲ ਸੀਗਾ। ਮੈਂ ਚਾਹੁੰਦਾ ਸੀ ਅੱਜ ਤੁਹਾਨੂੰ ਕੁਝ ਕੀਜ਼ ਦੱਸਾਂ ਕਿ ਜਿਹਦੇ ਥਰੂ ਇਨਕਾਊਂਟਰ ਤੁਸੀਂ ਲੈ ਸਕਦੇ ਹੋ। ਪਰ ਮੇਬੀ ਇਸ ਫॉर द ਨੈਕਸਟ ਟਾਈਮ, ਮੇਬੀ ਨੈਕਸਟ ਵੀਕ ਉਹਦੇ ਉੱਤੇ ਗੱਲ ਕਰਾਂਗੇ। ਪਰ ਇਨਕਾਊਂਟਰ ਹੋਣਾ ਬਹੁਤ ਜ਼ਰੂਰੀ ਆ। ਤੁਹਾਨੂੰ ਜਿੰਨੀ ਦੇ ਇਨਕਾਊਂਟਰ ਨਹੀਂ ਹੁੰਦਾ, ਤੁਸੀਂ ਉਹ ਪਰਮੇਸ਼ਵਰ ਨੂੰ ਜਿਹਨੂੰ ਤੁਸੀਂ ਸੁਣਿਆ ਆ, ਗੱਲਾਂ ਦੇ ਵਿੱਚ ਸੁਣਿਆ, ਬਾਈਬਲ ਦੇ ਵਿੱਚ ਪੜ੍ਹਿਆ ਆ, ਪਰ ਉਹ ਤੁਹਾਡੇ ਲਈ ਇੱਕ ਜੀਵਿਤ ਪਰਮੇਸ਼ਵਰ ਨਹੀਂ ਹੈ। ਪਰ ਜੋ ਤੁਹਾਨੂੰ ਇਨਕਾਊਂਟਰ ਹੋ ਜਾਊਗਾ, ਤੁਸੀਂ ਪਰਮੇਸ਼ਵਰ ਨੂੰ, ਉਹ ਤੁਹਾਡੇ ਲਈ ਇਦਾਂ ਹੋਊਗਾ ਜਿੱਦਾਂ ਤੁਸੀਂ ਪਰਮੇਸ਼ਵਰ ਨੂੰ ਰੂਬਰੂ ਦੇਖ ਲਿਆ, ਪਰਮੇਸ਼ਵਰ ਦੀ ਆਵਾਜ਼ ਸੁਣ ਲਈ। ਉਹ ਇੱਕ ਡਿਫਰੈਂਟ ਲੈਵਲ ਹੋਊਗਾ। ਤੁਹਾਡੀ ਲਾਈਫ ਚੇਂਜਿੰਗ ਮੂਮੈਂਟ ਹੋਊਗੀ। ਮੈਂ ਤੁਹਾਨੂੰ ਸੁਜੈਸਟ ਕਰਨਾ ਕਿ ਉਸ ਇਨਕਾਊਂਟਰ ਲਈ ਪ੍ਰੇਅਰ ਕਰਨੀ ਸਟਾਰਟ ਕਰੋ ਕਿ ਪਰਮੇਸ਼ਵਰ, ਮੈਂ ਤੁਹਾਡਾ ਇਨਕਾਊਂਟਰ ਚਾਹੁੰਦਾ ਹਾਂ। ਪਰਮੇਸ਼ਵਰ, ਮੈਂ ਆਪਣੀ ਲਾਈਫ ਦੇ ਵਿੱਚ ਤੁਹਾਡੀ ਜਿਹੜੀ ਮਹਿਮਾ ਆ ਉਹ ਕਰਨੀ ਚਾਹੁੰਦਾ ਹਾਂ ਪਰਮੇਸ਼ਵਰ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਜਿਹੜਾ ਇਨਕਾਊਂਟਰ, ਜਿੱਦਾਂ ਤੁਸੀਂ ਪੌਲ ਨੂੰ ਇਨਕਾਊਂਟਰ ਕੀਤਾ, ਜਿੱਦਾਂ ਤੁਸੀਂ ਮੋਜ਼ਸ ਨੂੰ ਇਨਕਾਊਂਟਰ ਕੀਤਾ। ਇਨਕਾਊਂਟਰ ਦਾ ਮਤਲਬ ਕੀ ਹੈ? ਕਈ ਵਾਰੀ ਕਹਿੰਦੇ ਆਪਾਂ ਪੁਲਿਸ ਨੇ ਆ ਬੰਦੇ ਨੂੰ ਫੜ ਕੇ ਇਨਕਾਊਂਟਰ ਕਰ ਦਿੱਤਾ, ਹਨਾ। ਉਹਦਾ ਮਤਲਬ ਕੀ ਹੁੰਦਾ? ਬੰਦੇ ਨੂੰ ਮਾਰ ਦਿੱਤਾ। ਸੇਮ ਥਿੰਗ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਇਨਕਾਊਂਟਰ ਹੁੰਦਾ, ਤੁਹਾਡਾ ਇਨਕਾਊਂਟਰ ਹੋ ਜਾਂਦਾ ਹੈ, ਤੁਸੀਂ ਮਰ ਜਾਂਦੇ ਹੋ। ਪੌਲ ਨੇ ਆਹੀ ਕਿਹਾ ਨਾ ਕਿ ਜਦੋਂ ਜੀਸਸ ਮਰੇ ਆ, ਅਸੀਂ ਸਾਰੇ ਉਹਨਾਂ ਦੇ ਨਾਲ ਮਰ ਗਏ, ਪਰ ਜਦੋਂ ਪ੍ਰਭੂ ਜ਼ਿੰਦਾ ਹੋਏ, ਅਸੀਂ ਵੀ ਸਾਰੇ ਉਹਨਾਂ ਦੇ ਨਾਲ ਜ਼ਿੰਦਾ ਹੋਏ ਆ। ਤੇ ਫਿਰ ਅਸੀਂ ਨਿਊ ਕ੍ਰੀਏਸ਼ਨ ਆ, ਜਿਹੜਾ ਨਵਾਂ ਜਨਮ ਆ। ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਨਵੇਂ ਸਿਰੇ ਤੋਂ ਜਨਮ ਨਹੀਂ ਲੈਂਦਾ, ਉਹ ਪਰਮੇਸ਼ਵਰ ਦਾ ਰਾਜ ਨਹੀਂ ਦੇਖ ਸਕਦਾ। ਇਹ ਸੇਮ ਥਿੰਗ ਆ। ਇਨਕਾਊਂਟਰ ਹੋਣਾ ਪਰਮੇਸ਼ਵਰ ਦੇ ਨਾਲ, ਤੁਹਾਡਾ ਨਵਾਂ ਜਨਮ ਹੋਣਾ। ਜਿੰਨੀ ਦੇਰ ਤੱਕ ਤੁਸੀਂ ਨਵੀਂ ਸ੍ਰਿਸ਼ਟੀ ਨਹੀਂ ਆ, ਉਨੀ ਦੇਰ ਤੱਕ ਤੁਸੀਂ ਪਰਮੇਸ਼ਵਰ ਦੇ ਰਾਜ ਨੂੰ ਨਹੀਂ ਦੇਖ ਸਕਦੇ। ਹਾਲੇਲੂਇਆ। ਜੀ ਸਾਰੇ ਖੜੇ ਹੋਵਾਂਗੇ, ਮਾਸ ਪ੍ਰੇਅਰ ਲਈ ਆਪਣੇ ਆਪ ਨੂੰ ਤਿਆਰ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ।
ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਆਪ ਮਾਸ ਪ੍ਰੇਅਰ ਲਈ ਤਿਆਰ ਕਰਾਂਗੇ, ਪਰਮੇਸ਼ਵਰ ਦੇ ਟੱਚ ਦੇ ਲਈ ਤਿਆਰ ਕਰਾਂਗੇ। ਹਾਲੇਲੂਇਆ। ਅੱਖਾਂ ਨੂੰ ਬੰਦ ਕਰਕੇ ਹੱਥਾਂ ਨੂੰ ਉਠਾ ਕੇ ਸਾਰੇ ਪਰਮੇਸ਼ਵਰ ਨੂੰ ਪੁਕਾਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਓ ਹਾਲੇਲੂਇਆ। ਧੰਨਵਾਦ, ਧੰਨਵਾਦ, ਧੰਨਵਾਦ ਪਿਤਾ ਪਰਮੇਸ਼ਵਰ ਜੀ। ਖੁਦਾਵੰਦ ਮੈਂ ਖੁਦਾਵੰਦ ਦੀ ਦੁਆ ਕਰ ਰਹਾ ਮੇਰੇ ਪਰਮੇਸ਼ਵਰ, ਜੋ ਵੀ ਮੇਰੇ ਪਰਮੇਸ਼ਵਰ ਅੱਜ ਦਾ ਵਚਨ ਖੁਦਾਵੰਦ ਅਸੀਂ ਤੁਹਾਡੇ ਮੇਰੇ ਖੁਦਾਵੰਦ ਜੀ ਤੁਹਾਡੇ ਪਾਕ ਕਲਾਮ ਨੂੰ ਸੁਣਿਆ ਖੁਦਾਵੰਦ, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਦਾਵੰਦ ਜੀ ਕਰ ਮੇਰੇ ਪਰਮੇਸ਼ਵਰ ਤੁਹਾਡਾ ਐਨਕਾਊਂਟਰ ਮੇਰੇ ਖੁਦਾਵੰਦ ਜੀ, ਤੁਹਾਡੇ ਐਨਕਾਊਂਟਰ ਲਈ ਪ੍ਰੇਅਰ ਕਰਦੇ ਹਾਂ ਮੇਰੇ ਪਰਮੇਸ਼ਵਰ। ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾ ਕੇ ਉੱਚੀ ਆਵਾਜ਼ ਦੇ ਵਿੱਚ ਪਰਮੇਸ਼ਵਰ ਦੇ ਐਨਕਾਊਂਟਰ ਲਈ ਦੁਆ ਕਰੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਓ ਹੱਥਾਂ ਨੂੰ ਉਠਾ ਲਓ, ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਹੰਬਲ ਕਰਕੇ। ਓ ਚਰਚ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਹੰਬਲ ਕਰ ਦਿਓ, ਪਰਮੇਸ਼ਵਰ ਦੇ ਅੱਗੇ ਹੰਬਲ ਕਰਕੇ ਪਰਮੇਸ਼ਵਰ ਦੇ ਅੱਗੇ ਬੇਨਤੀ ਕਰੋ ਕਿ ਪਰਮੇਸ਼ਵਰ ਦਾ ਐਨਕਾਊਂਟਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਵੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਓ ਚਰਚ ਪਰਮੇਸ਼ਵਰ ਦੇ ਅੱਗੇ ਦੁਆ ਕਰੋ, ਪਰਮੇਸ਼ਵਰ ਨੂੰ ਪੁਕਾਰੋ, ਪਰਮੇਸ਼ਵਰ ਦੀ ਪਵਿੱਤਰ ਆਤਮਾ ਨੂੰ ਪੁਕਾਰੋ ਤਾਂ ਕਿ ਤੁਹਾਡੀ ਲਾਈਫ ਦੇ ਵਿੱਚ ਅੱਜ ਕੰਮ ਹੋ ਸਕੇ। ਹਾਲੇਲੂਇਆ। ਆਪਣੇ ਗਲਿਆਂ ਨੂੰ ਖੋਲ ਦਿਓ, ਆਪਣੇ ਬੁੱਲਾਂ ਨੂੰ ਖੋਲ ਦਿਓ। ਹਾਲੇਲੂਇਆ। ਆਪਣੀਆਂ ਜ਼ੁਬਾਨਾਂ ਨੂੰ ਖੋਲ ਦਿਓ, ਆਪਣੇ ਬੁੱਲਾਂ ਨੂੰ ਪਰਮੇਸ਼ਵਰ ਦੇ ਲਈ ਖੋਲ ਦਿਓ। ਹਾਲੇਲੂਇਆ। ਆਪਣੀਆਂ ਜ਼ੁਬਾਨਾਂ ਨੂੰ ਖੋਲ ਦਿਓ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਨੂੰ ਪੁਕਾਰੋ। ਪਰਮੇਸ਼ਵਰ ਮੈਂ ਬਿਲੀਵ ਕਰਦਾ ਤੁਸੀਂ ਸੱਚੇ ਮਨ ਦੇ ਨਾਲ ਆਪਣੇ ਮਨ ਨੂੰ ਹੰਬਲ ਕਰਕੇ ਪਰਮੇਸ਼ਵਰ ਨੂੰ ਪੁਕਾਰੋਗੇ, ਪਰਮੇਸ਼ਵਰ ਤੁਹਾਡੇ ਨਾਲ ਅੱਜ ਗੱਲਬਾਤ ਕਰਨਗੇ, ਪਰਮੇਸ਼ਵਰ ਤੁਹਾਨੂੰ ਆਨਸਰ ਕਰਨਗੇ, ਪਰਮੇਸ਼ਵਰ ਤੁਹਾਨੂੰ ਟੱਚ ਕਰਨਗੇ। ਪਰਮੇਸ਼ਵਰ ਦੇ ਆਤਮਾ ਨੂੰ ਪੁਕਾਰੋ, ਪਰਮੇਸ਼ਵਰ ਦੇ ਆਤਮਾ ਨੂੰ ਆਪਣੀ ਲਾਈਫ ਦੇ ਵਿੱਚ ਪੁਕਾਰੋ। ਹਾਲੇਲੂਇਆ, ਹਾਲੇਲੂਇਆ। ਹੋਲੀ ਸਪਿਰਿਟ, ਓ ਲਾਰਡ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਮੇਰੇ ਪਰਮੇਸ਼ਵਰ, ਆਪਣੀ ਚਰਚ ਦੇ ਵਿੱਚ ਤੁਹਾਨੂੰ ਵੈਲਕਮ ਕਰਦੇ ਹਾਂ ਮੇਰੇ ਪਰਮੇਸ਼ਵਰ। ਹਾਲੇਲੂਇਆ। ਓ ਖੁਦਾਵੰਦ ਜੀ ਤੁਸੀਂ ਵੈਲਕਮ ਹੋ ਮੇਰੇ ਪਰਮੇਸ਼ਵਰ, ਤੁਸੀਂ ਇਸ ਚਰਚ ਦੇ ਵਿੱਚ ਵੈਲਕਮ ਹੋ ਮੇਰੇ ਪਰਮੇਸ਼ਵਰ। ਹਾਲੇਲੂਇਆ। ਓ ਖੁਦਾਵੰਦ ਜੀ ਆਓ ਮੇਰੇ ਪਰਮੇਸ਼ਵਰ, ਪ੍ਰਭੂ ਯਿਸੂ ਜੀ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਮੇਰੇ ਪਰਮੇਸ਼ਵਰ। ਹਾਲੇਲੂਇਆ। ਖੁਦਾਵੰਦ ਜੀ ਤੁਹਾਡੇ ਦਾਸ ਮੇਰੇ ਖੁਦਾਵੰਦ ਆਪਣੇ ਸਿਰਾਂ ਨੂੰ